गुरुदेव जय भीम। मैं राम चाहल प्रोग्राम लेके आया थोड़े लिए भगत मसले पहलों की तरह 7 तो 8 वीरवार वाले दिन और एक प्रोग्राम हर पहले महीने के मंडे 3 बजे आप कवि दरबार वर्गियां कुछ गल्लां होणगियां ये वारस पंजाब के। अज का प्रोग्राम प्यारे दर्शकों जिवें पिछली बार भी एक सवाल तुहानूं दिता सी, जरूरी नहीं उसका जवाब अज ही आपां लैणा, तुसीं पढ़दे होवोगे घर जां उहदे बारे आले दुआले किते जानकारी लै रहे होवोगे कि पंजाब जिहड़ा शब्द है, हालांकि वो अपने आप में पूरा पंजाबी का शब्द नहीं, आप फारसी का शब्द आ। पुत्र आप कर मोया फारसियां कर गाले। जो पढ़ाउण भेजिया जांदे फारसी पढ़न तो जो घर वापस बच्चा आउंदा ही आप मंगण दिया ही, लेकिन घरदिਆਂ ਨੂੰ पता नहीं लगे भी पानी नूं कहिंदे आ। सो ये पंजाब शब्द एंड ऑफ द डे शुरू कित्थों होया होएगा, ये सवाल तुहाडे लई सदीवी आ, जज चाहे तुसीं इहदा जवाब दे सकदे आ। तो अज असी गल करांगे जो मोगे विच कुड़ियां नूं मार दिता गया उस बारे भी, उहदे लई तुहानूं 15 मिनटां तो बाद टैलीफोन दी लाइनां खुल्लूगियां। सो उस तो पहलां एक जिहड़ा स्कॉटलैंड दी रेल है, जो सरकारी रेल ने सरकार नूं प्राइवेट कर दिता सी और दोबारा सरकार उसनूं स्कॉटलैंड की ट्रेन नूं दोबारा लैके आ रही है। दूजे पासे साडा भारत है जिहड़ा दिनों दिन प्राइवेट कर रहा, उस बारे असीं इस सवाल ते मैं कुलवंत जी नाल गल करांगा कि तुहाडे की विचार है कि जिहड़ा प्राइवेटकरण होना चाहिदा जां नहीं चाहिदा। जिहड़ी ताज़ा खबर सामने आ रही है या ताज़ा दिखत जिहड़ी दिस रही है वो है कि भारत जिहड़ी आ भारत की सरकार जिहड़ी आ वो प्राइवेट करन जा रही है तो जिहड़ी यूके की सरकार आ वो दोबारा फिर सरकारी लैके आ रही। की ख्याल है तुहाडा? हाँ जी, पहला तो चाहल जी सारे ਸਰੋਤਿਆਂ ਨੂੰ मेरे ਵੱਲੋਂ सत श्री अकाल, जय गुरुदेव, जय भीम ਤੇ ਸਾਰੀ ਮੈਨੇਜਮੈਂਟ ਟੀਮ ਨੂੰ ਵੀ। ਸੋ ਇਹ ਚਾਹਲ ਜੀ ਤੁਹਾਡਾ ਬਹੁਤ ਸੋਹਣਾ ਸਵਾਲ ਹੈ ਜਿਹੜਾ ਤੁਸੀਂ ਕੀਤਾ ਹੈ ਕਿ ਸਕਾਟਲੈਂਡ ਦੀ ਜਿਹੜੀ ਟ੍ਰੇਨ ਆ ਉਹ ਦੁਬਾਰਾ ਫਿਰ ਸਰਕਾਰੀ ਹੱਥਾਂ ਦੇ ਵਿੱਚ ਆ ਰਹੀ ਆ ਜੀ। ਦੇਖੋ ਇਹ ਸਕਾਟਲੈਂਡ ਦੇ ਵਿੱਚ ਜਦੋਂ ਇਹ ਸਕਾਟਲੈਂਡ ਦੇ ਟਰਾਂਸਪੋਰਟ ਮੰਤਰੀ ਨੇ ਇਹ ਹੁਣੇ ਥੋੜ੍ਹੇ ਚਿਰ ਦੀ ਗੱਲ ਆ, ਉਹਨਾਂ ਨੇ ਇਹ ਪਾਰਲੀਮੈਂਟ ਦੇ ਵਿੱਚ ਇਹ ਕਿਹਾ, ਜਿਨ੍ਹਾਂ ਦਾ ਨਾਮ ਮਾਈਕਲ ਸੀਗਾ, ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਟ੍ਰੇਨ ਸੀਗੀ ਇਹਦਾ ਜਿਹੜਾ ਕੰਟਰੈਕਟ ਸੀਗਾ 2015 ਦੇ ਵਿੱਚ ਇਹ ਗੌਰਮੈਂਟ ਨੇ ਪ੍ਰਾਈਵੇਟ ਕਰ ਦਿੱਤਾ ਸੀਗਾ, ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਸੀਗਾ ਜੀ। ਸੋ ਇਹ ਜਿਹੜਾ ਕੰਟਰੈਕਟ ਸੀਗਾ ਇਹ ਖਤਮ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ 2022 ਮਾਰਚ ਦੇ ਵਿੱਚ 31 ਨੂੰ, ਹੈ ਨਾ ਜੀ। ਸੋ ਇਹ ਖਤਮ ਹੋ ਜਾਣਾ। ਸੋ ਇਹ ਪਿੱਛੇ ਜਿਹੜੀ ਇਹਨਾਂ ਨੇ ਸ਼ੰਕਾ ਜ਼ਾਹਰ ਕੀਤੀ ਹੈ ਉਹ ਇਹ ਕੀਤੀ ਆ ਵੀ ਜਿਹੜਾ ਕਰੋਨਾ ਕਾਲ ਦੇ ਵਿੱਚ ਆ ਸਕਾਟਲੈਂਡ ਦੀ ਜਿਹੜਾ ਟ੍ਰੇਨ ਸਿਸਟਮ ਸੀਗਾ ਜਦੋਂ ਦਾ ਪ੍ਰਾਈਵੇਟ ਕੀਤਾ ਆ, ਇਹਨਾਂ ਪ੍ਰਾਈਵੇਟ ਕੰਪਨੀਆਂ ਨੇ ਚਾਹਲ ਜੀ ਇੰਨਾ ਘਾਟੇ ਦੇ ਵਿੱਚ ਲੈ ਗਈਆਂ ਕਿ ਫਿਰ ਗੌਰਮੈਂਟ ਨੂੰ ਦੁਬਾਰਾ ਇਹਨਾਂ ਨੂੰ ਹਜ਼ਾਰਾਂ ਲੱਖਾਂ ਕਰੋੜ ਰੁਪਈਆ ਦੇ ਕੇ ਫੰਡਿੰਗ ਕਰਕੇ ਤਾਂ ਇਹਨਾਂ ਨੂੰ ਫਿਰ ਬਹਾਲ ਕਰਨਾ ਪਿਆ। ਸੋ ਇੱਦਾਂ ਹੀ ਸਾਰੀ ਕੰਟਰੀਆਂ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਜਦੋਂ ਪ੍ਰਾਈਵੇਟ ਇਹ ਕਰ ਦਿੱਤੀਆਂ ਜਾਂਦੀਆਂ ਕੰਪਨੀਆਂ ਤਾਂ ਫਿਰ ਇਹਨਾਂ ਨੂੰ ਬਚਾਉਣ ਦੇ ਲਈ ਫਿਰ ਸਰਕਾਰਾਂ ਨੂੰ ਅੱਗੇ ਆਉਣਾ ਪੈਂਦਾ ਤੇ ਤਾਂ ਕਿ ਇਹ ਜਿਹੜੀ ਲੋਕਾਂ ਦੇ ਲਈ ਇਹ ਜਿਹੜੀ ਸੁਵਿਧਾ ਇਹ ਰੈਗੂਲਰੀ ਰਹਿ ਸਕੇ, ਚਾਹੇ ਉਹ ਸਟੋਰ ਹੋਣ ਵੱਡੇ ਵੱਡੇ, ਚਾਹੇ ਉਹ ਵੱਡੀਆਂ ਕੰਪਨੀਆਂ ਹੋਣ। ਸੋ ਇਹਦੇ ਨਾਲ ਇਹ ਬੜੀ ਸ਼ੰਕਾ ਸੀਗੀ, ਇਹਨਾਂ ਨੇ ਦੁਬਾਰਾ ਫਿਰ ਇਹ ਜਾਣੀ ਕਿ ਦੁਬਾਰਾ ਲੈ ਰਹੇ ਆ ਇਹਨਾਂ ਨੂੰ ਕੰਪਨੀ ਨੂੰ। ਸੋ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਸਰਕਾਰੀ ਪਟੜੀਆਂ ਤੇ ਇਹ ਜਿਹੜੀ ਸਕਾਟਲੈਂਡ ਦੀ ਟ੍ਰੇਨ ਆ ਫਿਰ ਦੁਬਾਰਾ ਸਰਕਾਰੀ ਹੱਥਾਂ ਦੇ ਵਿੱਚ ਆ ਕੇ ਇਹ ਦੌੜੂਗੀ। ਸੋ ਇਹਦੇ ਨਾਲ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਜਿਹੜਾ ਇੰਡੀਆ ਦਾ ਸਿਸਟਮ ਆ, ਇੰਡੀਆ ਦਾ ਇਹ ਪ੍ਰਾਈਵੇਟ ਕਰਨ ਜਾ ਰਿਹਾ, ਜਿੱਦਾਂ ਆਪਾਂ ਪਹਿਲਾਂ ਬਹੁਤ ਵਾਰੀ ਗੱਲਾਂ ਇਹ ਕੀਤੀਆਂ ਆ ਕਿ ਸਾਰਾ ਜਿਹੜਾ ਰੇਲਵੇ ਲਾਈਨਸ ਆ, ਰੇਲਵੇ ਪਲੇਟਫਾਰਮਸ ਆ, ਰੇਲਵੇ ਜਿਹੜਾ ਸਿਸਟਮ ਆ ਸਾਰਾ ਇਹ ਪ੍ਰਾਈਵੇਟ ਅਡਾਨੀ ਨੂੰ ਦੇ ਰਹੇ ਆ। ਈਵਨ ਕਿ ਕਾਫੀ ਕੁਛ ਕਰ ਵੀ ਦਿੱਤਾ। ਦੇਖੋ ਉਹਦੀ ਸਟੇਟਵੇ ਜਿਹੜੀ ਟਿਕਟ ਸੀਗੀ ਪਲੇਟਫਾਰਮ ਦੀ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ 5 ਰੁਪਏ ਤੋਂ ਚਾਹਲ ਜੀ ਵਧਾ ਕੇ ਸਿੱਧੀ ਉਸੇ ਦਿਨ 24 ਘੰਟਿਆਂ ਦੇ ਵਿੱਚ ਉਹ 50 ਰੁਪਏ ਕਰ ਦਿੱਤੀ। ਜਣੀ ਇੱਥੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ। ਦੇਖੋ ਜੇ ਇਹ ਨਿੱਜੀਕਰਨ ਆ, ਜਿਹੜਾ ਨਿੱਜੀਕਰਨ ਇੱਥੋਂ ਤੱਕ ਚਾਹਲ ਜੀ ਮੰਨਿਆ ਜਾਂਦਾ ਵੀ ਆਮ ਲੋਕਾਂ ਦੇ ਲਈ ਇਸ ਨਿੱਜੀਕਰਨ ਨੂੰ ਕਰਨਾ, ਸਰਕਾਰੀ ਅਦਾਰਿਆਂ ਨੂੰ ਜਾਂ ਸਰਕਾਰੀ ਪ੍ਰਾਪਰਟੀ ਨੂੰ ਨਿੱਜੀ ਲੋਕਾਂ ਦੇ ਹੱਥਾਂ 'ਚ ਦੇਣਾ ਆਮ ਮਨੁੱਖ ਦੀ ਮੌਤ ਆ, ਜਿਹੜੀ ਇੱਥੋਂ ਤੱਕ ਲੋਕ ਮੰਨਦੇ ਆ। ਸੋ ਇਸੇ ਕਰਕੇ ਇੰਡੀਆ ਗੌਰਮੈਂਟ ਵੀ ਦੇਖੋ ਕਿੱਦਾਂ ਦਾ ਹੁਣ ਏਅਰਪੋਰਟ ਦੇ ਰਹੀ ਆ। ਸੋ ਆਮ ਲੋਕਾਂ ਦਾ ਬਹੁਤ ਬੁਰਾ ਹਾਲ ਹੋਊਗਾ ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਇਹ ਸਿਸਟਮ ਸਾਰੇ ਫੇਲ ਹੋ ਚੁੱਕੇ ਆ। प्यारे दर्शकों, इस सवाल में मैं जारी रखना चाहांगा। मैं कुलवंत जी तुहाडे कोलों पुछना चाहांगा कि जदों प्राइवेट करन दी असीं गल करदे हां, भारत सरकार जां इत्थे दी जे भी फेल हो गई आ उहनूं सरकारी तौर ते ही रखिया जाए। जेकर पिछले समय ते तुसीं झाती मारो तां जो लालू
ਲਾਲੂ ਪ੍ਰਸਾਦ ਯਾਦਵ ਮਾਫ ਕਰਨਾ, ਉਹ ਰੇਲ ਮੰਤਰੀ ਹੁੰਦਾ ਸੀ ਤਾਂ ਉਹਦੇ ਵੇਲੇ ਜਦੋਂ ਆ ਜਿਹੜੀ ਰੇਲ ਆ ਉਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਮਾਈ ਕਰਨ ਵਾਲੀ ਸੰਸਥਾ ਬਣੀ ਸੀ ਅਤੇ ਕਿਹਾ ਜਾਂਦਾ ਕਿ ਅਮਰੀਕਾ ਦੇ ਵਿੱਚ ਵੀ ਉਸ ਨੂੰ ਭਾਸ਼ਣ ਦੇਣ ਲਈ ਸੱਦਿਆ ਗਿਆ। ਕੀ ਕਹੋਗੇ ਜੀ ਇਸ ਗੱਲ 'ਤੇ, ਤੁਹਾਡਾ ਕੀ ਵਿਚਾਰ ਹੈ? ਨਹੀਂ ਦੇਖੋ, ਰੇਲਵੇ ਲਾਈਨ ਹੈ ਇਹ ਦੁਨੀਆ ਦੀ, ਮੇਰੇ ਖਿਆਲ ਹੈ ਜੇ ਮੈਂ ਰੋਂਗ ਨਾ ਹੋਵਾਂ ਤਾਂ ਦੂਸਰੀ ਵਰਲਡ ਦੀ ਸਭ ਤੋਂ ਵੱਡੀ ਲਾਈਨ ਹੈ ਇਹ ਇੰਡੀਆ ਦੀ ਜਿਹੜੀ ਹੈਗੀ ਬਿਜ਼ਨਸ। ਹਾਂਜੀ, ਜਿਹੜਾ ਰੇਲ ਲਾਈਨ ਹੈ, ਜਿੱਦਾਂ ਰੇਲ ਬਿਜ਼ਨਸ ਹੈ ਜਿਹੜਾ ਉਹ ਮੰਨਿਆ ਜਾਂਦਾ ਕਿ ਐਡਾ ਵੱਡਾ ਇਹ ਖੇਤਰਫਲ ਦੇ ਵਿੱਚ ਇਹ ਵੱਡੇ 'ਚ ਫੈਲਿਆ ਹੋਇਆ। ਦੇਖੋ ਆਪਾਂ ਰੇਲ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਦੇਖੋ ਰੇਲਵੇ ਨੂੰ ਜਦੋਂ ਆਪਾਂ ਦੇਖਦੇ ਹਾਂ, ਦੇਖੋ ਚਾਹਲ ਜੀ ਉੱਥੇ ਜਿਹੜੀਆਂ ਪੈਸੰਜਰਸ ਆ, ਜਿਹੜੇ ਲੋਕ ਆ, ਜਿਹੜੇ ਸਲੀਪਰ ਕਲਾਸ ਆ ਜਾਂ AC ਕਲਾਸ ਆ, ਤੁਸੀਂ ਦੇਖੋ ਕਿ ਟ੍ਰੇਨਾਂ ਉਹ ਫੁੱਲ ਚੱਲਦੀਆਂ ਨੇ 올 ਦਾ ਟਾਈਮ, ਹੈ ਨਾ। ਜਾਣੀ ਚਾਹੇ ਡੇ ਟਾਈਮ ਚਾਹੇ ਦੇਖ ਲਓ ਉਹਨਾਂ ਨੂੰ, ਚਾਹੇ ਨਾਈਟ ਟਾਈਮ ਦੇਖ ਲਓ, ਉਹ ਫੁੱਲ ਹੁੰਦੀਆਂ ਨੇ ਤਕਰੀਬਨ, ਹੈ ਨਾ। ਪਰ ਉਹ ਫਿਰ ਵੀ ਕਈ ਵਾਰੀ ਉਹ ਉਹਨਾਂ ਨੂੰ ਦੇਖਦੇ ਆ ਵੀ ਉਹ ਘਾਟੇ 'ਚ ਜਾਂਦੀਆਂ ਨੇ, ਕਿਉਂਕਿ ਸਾਡਾ ਜਿਹੜਾ ਸਿਸਟਮ ਆ ਉਹ ਕਰਪਟ ਆ। ਈਵਨ ਇੱਥੋਂ ਤੱਕ ਵੀ ਹੁੰਦਾ, ਟ੍ਰੇਨਾਂ ਦੇ ਤਾਂ ਉੱਪਰ ਵੀ ਲੋਕ ਬੈਠੇ ਹੁੰਦੇ ਆ ਉੱਥੇ, ਜਦ ਕਿ ਹੋਰਾਂ ਕੰਟਰੀਆਂ ਦੇ ਵਿੱਚ ਤਾਂ ਹੁੰਦਾ ਜਾਂ ਨਹੀਂ ਹੁੰਦਾ। ਏਸ਼ੀਆ ਦੇ ਬਹੁਤ ਸਾਰੀਆਂ ਕੰਟਰੀਆਂ ਹੈਗੀਆਂ ਜਿੱਥੇ ਕਿ ਇੱਦਾਂ ਹੁੰਦਾ, ਪਰ ਜਿਹੜੇ ਟ੍ਰੇਨਾਂ ਦੇ ਉੱਪਰ ਵੀ ਜੇ ਪੈਸੰਜਰ ਬੈਠੇ ਨੇ ਤਾਂ ਵਿੱਚ ਤਾਂ ਕੀ ਹਾਲ ਹੋਊਗਾ ਉਹਦਾ। ਜਾਣੀ ਜੇ ਇੱਥੋਂ ਤੱਕ ਹਾਲਤ ਆ ਤਾਂ ਫਿਰ ਤੁਸੀਂ ਆਪ ਹੀ ਸੋਚ ਸਕਦੇ ਆ ਵੀ ਇਹ ਘਾਟੇ ਦੇ ਵਿੱਚ ਕਿਉਂ ਜਾਂਦੇ, ਕਿਉਂਕਿ ਕਰਪਸ਼ਨ ਹੀ ਐਡੇ ਵੱਡੇ ਪੱਧਰ 'ਤੇ ਆ। ਸੋ ਇਹਦੇ ਕਾਰਨ ਨੇ ਵੱਡੇ ਜੀ। ਭਗਵੰਤ ਜੀ, ਮੈਂ ਸਵਾਲ ਨੂੰ ਫਿਰ ਗਾਂਹ ਵਧਾਉਣਾ ਚਾਹਾਂਗਾ ਕਿ ਇਹ ਜਿਵੇਂ ਭਾਜੀ ਹੁਣਾਂ ਨੇ ਕਿਹਾ ਕਿ ਬੱਸਾਂ ਦੇ ਉੱਤੇ ਜਾਂ ਟ੍ਰੇਨਾਂ ਦੇ ਉੱਪਰ ਵੀ ਲੋਕ ਬੈਠੇ ਹੁੰਦੇ, ਇੱਥੇ ਵੀ ਤੁਸੀਂ ਦੇਖੋ, ਜੇਕਰ ਤੁਸੀਂ ਕਦੀ ਕਦੀ ਬੱਸ ਦੇਖੋ ਤਾਂ ਕਦੀ 1 ਸਵਾਰੀ ਹੁੰਦੀ ਆ, ਕਦੀ 2 ਹੁੰਦੀ ਆ, ਕਦੀ 5 ਹੁੰਦੀਆਂ, ਸ਼ਾਮ ਵੇਲੇ ਸਵਾਰੀ ਵੱਧਦੀ ਆ। ਭਗਵੰਤ ਜੀ, ਜਦੋਂ ਇਹਨਾਂ ਦਾ ਬਜਟ ਆਉਂਦਾ ਹਮੇਸ਼ਾ ਮੁਨਾਫੇ 'ਚ ਆਉਂਦਾ, ਵੀ ਮੁਨਾਫਾ ਹੋਇਆ। ਭਾਰਤ ਦੇ ਵਿੱਚ ਬੱਸਾਂ ਵੀ ਉੱਪਰ ਵੀ ਬੈਠੇ, ਥੱਲੇ ਵੀ ਬੈਠੇ, ਫਿਰ ਵੀ ਜਿਹੜਾ ਆ ਉਹਦਾ ਜਿਹੜਾ ਬਜਟ ਆਉਂਦਾ ਵੀ ਇਹ ਘਾਟੇ 'ਚ ਗਈ ਆ। ਕੀ ਕਾਰਨ ਹੋ ਸਕਦੇ ਆ? ਦੂਸਰੀ ਗੱਲ ਇਹ ਵੀ ਮੈਂ ਫਿਰ ਉਸੇ ਲਾਲੂ ਪ੍ਰਸਾਦ ਯਾਦਵ 'ਤੇ ਆਉਣਾ ਕਿ ਜਦੋਂ ਲਾਲੂ ਪ੍ਰਸਾਦ ਯਾਦਵ ਸੀ ਉਸ ਵੇਲੇ ਸਰਕਾਰੀ ਸੀ। ਜੇਕਰ ਬੰਦਾ ਇੱਕ ਕੰਮ ਕਰ ਸਕਦਾ ਤਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਇਹਨੂੰ ਪ੍ਰਾਈਵੇਟ ਕੀਤਾ ਜਾਏ। ਭਗਵੰਤ ਜੀ। ਹਾਂਜੀ, ਅਸਲ ਦੇ ਵਿੱਚ ਇਹ ਸਰਕਾਰ ਦੀ ਨੀਤ ਕੀ ਹੈ? ਸਰਕਾਰ ਚਾਹੁੰਦੀ ਕੀ ਹੈ? ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਆ ਅਤੇ ਜਾਂ ਲੋਕਾਂ ਨੂੰ ਲੁੱਟਣਾ ਚਾਹੁੰਦੀ ਆ। ਜਿਸ ਤਰ੍ਹਾਂ ਕਿ ਇੱਥੇ ਸਕਾਟਲੈਂਡ ਜਿਹੜੇ ਉਹਨੇ ਕੀਤਾ, ਉਹ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਕਿ ਹੱਦ ਤੱਕ, ਮੈਂ ਨਹੀਂ ਕਹਿੰਦਾ 100% ਹੋਣਾ, ਪਰ ਉਹ ਲੋਕਾਂ ਦੀ ਸਹੂਲਤਾਂ ਲਈ ਆ। ਕੁਝ ਕੁ ਡਿਪਾਰਟਮੈਂਟ ਹੁੰਦੇ ਆ, ਅਦਾਰੇ ਇੱਦਾਂ ਦੇ ਆ ਜਿਹੜੇ ਨਾ ਵੀ ਤੁਸੀਂ ਜਿਵੇਂ ਪੜ੍ਹਾਈ ਹੋਈ, ਸਿਹਤ ਹੋਈ, ਆਵਾਜਾਈ ਦੇ ਸਾਧਨ ਹੋਏ, ਆਪਣੇ ਕਮਿਊਨੀਕੇਸ਼ਨ ਹੋਇਆ, ਇੱਦਾਂ ਜਿਹੜੀ ਚੀਜ਼ਾਂ ਆ, ਡਿਫੈਂਸ ਹੋਇਆ, ਇਹ ਚੀਜ਼ਾਂ ਪ੍ਰਾਈਵੇਟ ਹੱਥਾਂ 'ਚ ਜਿੱਦਣ ਚਲੀ ਗਈਆਂ, ਸਮਝੋ ਉਹਨਾਂ ਦਾ ਸਤਿਆਨਾਸ਼ ਹੈ। ਅਤੇ ਇਹ ਲੋਕਾਂ ਦੀ ਸਹੂਲਤਾਂ ਲਈ, ਜਿਸ ਤਰ੍ਹਾਂ ਲਾਲੂ ਪ੍ਰਸਾਦ ਉਹਨਾਂ ਨੇ ਉਹ ਇੱਕ ਬਹੁਤ ਉਹਦਾ ਵਿਚਾਰੇ ਦਾ ਹਾਦਸਾ ਬਹੁਤਾ ਬਣਾਇਆ ਇਹਨਾਂ ਨੇ, ਪਰ ਉਸਨੇ ਕੁਝ ਕਰਕੇ ਦਿਖਾਇਆ ਤਾਂ ਉਹ ਕੁਝ ਕੁ ਮੰਨਣਯੋਗ ਹੈਗਾ। ਅਤੇ ਉਹਨਾਂ ਨੇ ਉਸਨੇ ਇੱਕੋ ਹੀ ਗੱਲ ਦਾ ਰੱਖਿਆ ਸੀ ਮੇਨ, ਵੀ ਇਹ ਲੋਕਾਂ ਦੀ ਸਹੂਲਤ ਲਈ ਆ ਅਤੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਉਹਨੇ ਕੀਤੀ ਆ, ਅਤੇ ਜਿਹਦੇ ਨਾਲ ਉਹ ਕਾਮਯਾਬ ਰਿਹਾ, ਲੋਕ ਚੜ੍ਹੇ ਆ। ਨਹੀਂ, ਉਸ ਟਾਈਮ ਦੇਖੋ ਮੈਂ ਥੋੜ੍ਹੀ ਜਿਹੀ ਗੱਲ ਟੋਕਦਾ ਆਪਣੇ ਚਾਹਲ ਜੀ, ਆਪਣੇ ਭਗਵੰਤ ਸਿੰਘ ਜੀ, ਉਸ ਟਾਈਮ ਲਾਲੂ ਪ੍ਰਸਾਦ ਯਾਦਵ ਜਦੋਂ ਰੇਲ ਮੰਤਰੀ ਸੀਗਾ, ਉਸ ਟਾਈਮ ਉਹ ਫਾਇਦੇ ਦੇ ਵਿੱਚ ਸੀਗੀ ਟ੍ਰੇਨ, ਬਿਲਕੁਲ, ਹੈ ਨਾ। ਚਾਹੇ ਉਹ ਕੁਛ ਸਮਾਂ ਰਹੀ ਆ, ਸੋ ਉਹਦੇ ਕਾਰਨ ਉਹ ਅਲੱਗ-ਅਲੱਗ ਹੋ ਸਕਦੇ ਨੇ, ਪਰ ਜਾਣੀ ਕੁਛ ਸਮਾਂ ਭਾਵੇਂ ਰਹੀ ਆ, ਪਰ ਉਹ ਫਾਇਦੇ ਦੇ ਵਿੱਚ ਸੀ। ਉਹ ਬਜਟ ਜਿਹੜਾ ਸੀਗਾ ਉਹ ਕਮਾ ਕੇ ਦੇ ਰਿਹਾ ਸੀ ਗੌਰਮੈਂਟ ਨੂੰ। ਬਿਲਕੁਲ। ਸੋ ਇਸ ਕਰਕੇ ਆ ਵੀ ਜੀ ਪਿਆਰੇ ਦਰਸ਼ਕੋ, ਸਵਾਲ ਦਾ ਮਤਲਬ ਇਹੀ ਸੀ ਕਿ ਜੇਕਰ ਇੱਕ ਵਿਅਕਤੀ ਇਮਾਨਦਾਰੀ ਦੇ ਨਾਲ ਕੰਮ ਕਰੇ, ਹਾਲਾਂਕਿ ਉਹਦੇ 'ਤੇ ਵੀ ਬਹੁਤ ਕਰਪਸ਼ਨ ਦੇ ਇਲਜ਼ਾਮ ਬਹੁਤ ਲੱਗੇ ਹੋਏ ਨੇ, ਅਸੀਂ ਸਿਰਫ ਤੇ ਸਿਰਫ ਟ੍ਰੇਨ ਦੀ ਗੱਲ ਕਰਦੇ। ਜਿਹੜਾ ਚਾਰਾ ਖਾਧਾ ਉਹ ਤਾਂ ਆਪ ਕਹਿੰਦਾ ਵੀ ਜਦ ਗਊਆਂ ਨਹੀਂ ਕੁਛ ਕਹਿੰਦੀਆਂ, ਉਹ ਨਹੀਂ ਬੋਲਦੀਆਂ, ਤੁਸੀਂ ਕਿਉਂ ਬੋਲਦੇ। ਜੇਲ੍ਹ ਦੇ ਵਿੱਚ ਵੀ ਰਿਹਾ, ਜੇਲ੍ਹ ਤੋਂ ਇਲੈਕਸ਼ਨ ਵੀ ਲੜੀ, ਅੱਜ ਕੱਲ੍ਹ ਬਾਹਰ ਹਜੇ ਉਹਨੂੰ ਫਿਰ ਜਾਣਾ। ਪਰ ਅਸੀਂ ਗੱਲ ਇੱਕ ਵਿਅਕਤੀ ਦੇ ਰੇਲ ਮੰਤਰੀ ਹੁੰਦਿਆਂ ਇਮਾਨਦਾਰੀ ਨਾਲ ਕੰਮ ਕਰਨ 'ਤੇ ਗੱਲ ਕਰਦੇ ਕਿ ਜੇਕਰ ਉਹ ਇਮਾਨਦਾਰੀ ਨਾਲ ਕੰਮ ਕਰਕੇ ਦਿਖਾ ਸਕਦਾ। ਟ੍ਰੇਨ ਜਿਹੜੀ ਆ ਭਾਰਤ ਦੇ ਵਿੱਚ ਸਭ ਤੋਂ ਵਧੀਆ ਕਮਾਊ ਪੁੱਤਰ ਸਾਬਤ ਹੋਈ ਸੀ, ਤਾਂ ਅਮਰੀਕਾ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਉਸ ਨੂੰ ਸੱਦ ਕੇ ਇਸ ਬਾਰੇ ਪੁੱਛਿਆ ਗਿਆ ਵੀ ਆਖਰ ਤੂੰ ਕੀ ਕੀਤਾ। ਕੁਛ ਨਹੀਂ ਸੀ ਹੋਇਆ, ਇਮਾਨਦਾਰੀ ਰੱਖੀ, ਔਰ ਟ੍ਰੇਨਾਂ ਦੇ ਰੇਟ ਉਹਨੂੰ ਨਹੀਂ ਦੇਣੇ ਜਿਹੜੇ ਆ ਘਟਾ ਦਿੱਤੇ ਸਨ। ਸੋ ਸਵਾਲ ਜਿਹੜਾ ਸਾਡੇ ਸਾਹਮਣੇ ਸਕਾਟਲੈਂਡ ਦਾ ਆਇਆ ਵੀ ਦੁਬਾਰਾ ਜਿਹੜੀ ਟ੍ਰੇਨ ਆ ਉਹਨੂੰ ਪ੍ਰਾਈਵੇਟ ਕਰਨ ਤੋਂ ਲੈ ਕੇ ਵਾਪਸ ਸਰਕਾਰੀ ਲਿਆ ਜਾਵੇਗਾ, ਕਿਉਂਕਿ ਸਰਕਾਰਾਂ ਜਿਹੜੀਆਂ ਸਹੂਲਤਾਂ ਲੋਕਾਂ ਦੇ ਲਈ ਹੁੰਦੀਆਂ ਨੇ, ਜੇ ਲੋਕਾਂ ਦੀ ਸ਼ੈੱਲ ਲਾਉਣੀ ਪੈ ਜਾਵੇ, ਲਾਉਣ ਲੱਗ ਪੈਣ ਤਾਂ ਫਿਰ ਸਰਕਾਰਾਂ ਨੂੰ ਆਪਣੇ ਕੰਨ ਚੱਕਣੇ ਪੈਂਦੇ ਆ। ਅਗਲਾ ਸਾਡਾ ਸਵਾਲ ਆ ਪ੍ਰਭ ਨੂਰ। ਪਿਆਰੇ ਦਰਸ਼ਕੋ, ਬੜੀ ਦੁਖਦਾਇਕ ਖਬਰ ਹੈਗੀ ਆ ਇਹ ਕਿ ਅੱਜ ਕੱਲ੍ਹ ਸਟੂਡੈਂਟ ਜਿਹੜੇ ਆ ਉਹ ਇੰਡੀਆ 'ਚ ਤੋਂ ਇੱਥੇ ਕਾਫੀ ਆ ਰਹੇ ਨੇ, ਬਾਕੀ ਦੇਸ਼ਾਂ ਤੋਂ ਵੀ ਆ ਰਹੇ ਨੇ। ਅਸੀਂ ਸਿਰਫ ਪੰਜਾਬ ਦੀ ਗੱਲ ਕਰ ਰਹੇ ਹਾਂ। ਪੰਜਾਬ ਤੋਂ ਸਟੂਡੈਂਟ ਜਿਹੜਾ ਆ ਉਹ ਬਹੁਤ ਤਾਦਾਦ ਦੇ ਨਾਲ ਆ ਰਿਹਾ। ਮੈਂ ਪਹਿਲਾਂ ਵੀ ਕਿਹਾ ਸੀ
कि असीं इत्थे पंजाबी रोंदे रहने आ। पूरा अद्धा भारत पंजाब जिहड़ा पंजाब आईलैट करके बैठा, और आईलैट भी उन्होंने किस तरीके की कीती आ कि कोई लभदे आ, कुड़ी लभदे आ, जे कुड़ी ने आईलैट कीती तां मुंडा लभदे पैसे वाला, फिर उन्हां दा असली कदी कदी नकली पेपर वर्क भी कहते ये जो कोई सानू मिलता है तुसीं पति पत्नी कहते नहीं साडा पेपर वर्क आ। एक नवें तरह का सवाल सामने आया भी पेपर वर्क कॉन्ट्रैक्ट विआह। सो हर आदमी इस वेले पंजाब च निकलना चाहता, किते ना किसी होर देश च जाना चाहता। प्रभ नूर ने भी इस तरह किया, पता नहीं की गल हुई साउथ हाल दे विच पार्क दे विच उस दी हत्या जां आत्म हत्या बारे भगवान जी गल करनगे। और बड़ी वड्डी वधिया गल हैगी आ कि साउथ हाल दे जे गुरु घर ने उन्होंने 35,000 पाउंड तो वध इकट्ठा किया उस दे बच्चे दे लई, ताकि उसकी बॉडी इंडिया भेजी जाए तो वो पैसे जिहड़े आ उहदे परिवार नूं कुछ माइक सहायता होवे। भगवान जी तुसीं की कहने? सब तो पहला मैं प्रभ नूर दी परिवार नाल तह दिलों असीं हमदर्दी करदे हां। बहुत अफसोस है कि एक नौजवान पुੱਤ जिहड़ा घरों पढ़ने लिया अपने काम करन लिया सी तो इत्थे आके उन्होंने जान देनी पई है, जिथे पता लगता पाया कि उन्हें आत्म हत्या की है। तो एक माड़ी गल हैगी आ। असल कारण की साडे जिहड़ी साडे सोचण वाली गल है कि साडे समाज नूं हो की गया, असीं बना की लिया अपने आप नूं भी साडे असीं मजबूर हो के अपने जवान पुत्तां नूं 19 सालां दे बच्चों नूं बाहर भेज रहे हैं तो इत्थे आके आ काम करदे ने। क्यों नहीं असीं इस तरह का कोई समाज सिरजदे जिस दे विच साडा मुल्क जिहड़ा दुनिया दे विच जिसनूं कहंदे जी धरती अमीर आ पर लोग गरीब ने, पर जिहड़े यूरोप दे कंट्री आ साडा अपना इत्थे देखदे इन्हां दा मौसम देखदे गरीब मुल्क धरती गरीब है पर अमीर मुल्क ने। कारण की ने सानूं सोचना पऊगा कि साडे बच्चे इस तरह क्यों प्रदेशां दे विच कारण करवाते हैं। भगवान सिंह वर्गे जो असी 44 साल पहला आए हैं एक नौजवान तो उत्थे आके असी ठीक है इन्होंने मुल्कों ने जी तरक्की की है उस पिछे भजते हैं तो साडे मुल्क भी तरक्की कर सकते हैं। तो वह मुल्क जिथे दो कुड़ियां नूं सिर्फ ऐ करके मार दिता जाता ते ओहदे विच हाँ इस मतलब कि वो मुल्क है भी जिथे कल्चर नूं बिल्कुल खत्म हो गया, साडा सभ्याचार खत्म कर दिता गया, उसनूं सानूं आपस दे विच बुद्धू बना के इस तरह लड़ाया जा रहा, कमला बनाया जा रहा कि साडे मुल्क दे विच कुछ है ही नहीं, इत्थे कुछ भी नहीं होना, इत्थे रिश्वत बगैर कुछ नहीं होना। दोस्तों मेरे प्यारे लोगों, जो तुसीं उठोगे जे तुसीं चाहोगे समाज नूं सुधारना ये समाज सुधर जूगा। उही लोग तुसीं देखते हो जिहड़े लोगों तो रिश्वतां लैंदे हैं मगरों पैरी हत्थ पैंदे हैं जो तुसीं खड़े हो जाते हो। तो जिहड़ा प्रभ नूर नाल जो कुछ होया वो एक अफसोसजनक घटना आ तो सानू इस घटनावां नूं रोकण लई सानू इंडिया दे विच कोई ना कोई सोचना पऊगा। मेरे भैणां नूं मेरे भरावां नूं जिहड़े ने भी क्यों असीं इस तरह का समाज बना लिया, कि ये समाज सुधारिया जा सकदा कि नहीं सकदा, कि साडे मुल्क दे विच नौकरियां पैदा नहीं कीती जा सकदियां जिस दिन साडे बच्चे उत्थे रोज़गार रोटी पानी जोगा कर सकण। तो सानू ये सोचना पऊगा बहुत ध्यान नाल कि वो किहड़े लोग हैं जिहड़ियां साडीआं मेहनतां साडीआं चुरा के लै जांदे लुट के लै जांदे ने ते जिस करके साडे बच्चों नूं बाहर नूं आउणा पैंदा। तो फिर असीं कहांगे कि इस बहुत ही मंदभागी घटना आ जिहड़ा उस बच्चे ने कीता है। प्रभ नूर बारे कुलवंत जी तुहाडे कोल की विचार है? तुहाडे कोल खबर की है? देखो खबर चाहल जी इदां है भी मंदभागी घटना ये वापरी आ जी। पंजाबियों के नाल पंजाबी मुंडा सीगा, सानू भी हमदर्दी आ उन्हां दे नाल क्योंकि असीं भी पंजाब तो आए हैं इत्थे है ना। सो ਇਹ ਮੰਦਭਾਗੀ ਘਟਨਾ ਦੇ ਨਾਲ ਨਾਲ ਆਪਾਂ ਜੇ ਥੋੜਾ ਜਿਹਾ ਪਿਛੋਕੜ ਝਾਤ ਮਾਰੀਏ ਵੀ ਦੇਖੋ ਕਿੱਦਾਂ ਉਹ ਪਰਿਵਾਰ ਹੈ ਜਿਹੜਾ ਬਿਰਲਾ ਕਰਲਾਪ ਰਿਹਾ ਆ ਵੀ ਸਾਡਾ ਇੱਕੋ ਇੱਕ ਬੱਚਾ ਸੀਗਾ ਤੇ 4 ਭੈਣਾਂ ਦਾ ਭਰਾ ਸੀ, ਕਿੱਦਾਂ ਅਸੀਂ ਉਹਨੂੰ ਤੋਰਿਆ ਤੇ 25 ਦਿਨ ਬਾਅਦ ਹੀ ਉਹਦੀ 20 ਤੋਂ 25 ਦਿਨ ਦੇ ਬਾਅਦ ਜਿਹੜੀ ਕਿ ਉਹਦੇ ਜਦੋਂ ਡੈਥ ਦੀ ਉਹ ਖਬਰ ਸੁਣਦੇ ਆ ਤਾਂ ਕਿੱਦਾਂ ਉਹ ਉਹਨਾਂ ਦੇ ਪਰਿਵਾਰ ਦੇ ਜਿਹੜੇ ਹਿਰਦੇ ਆ ਉਹ ਕਿੱਦਾਂ ਉਹਨਾਂ ਨੂੰ ਕਿੱਦਾਂ ਯਕੀਨ ਹੀ ਨਹੀਂ ਹੋਇਆ ਹੋਊਗਾ ਵੀ ਇਹ 20-25 ਦਿਨ ਦੇ ਵਿੱਚ ਕੀ ਇਹੋ ਜਿਹੀ ਘਟਨਾ ਵਾਪਰ ਸਕਦੀ ਹੈ। ਸੋ ਦੇਖੋ ਸਾਡਾ ਸਮਾਜ ਹੈ ਜਿਹੜਾ ਦੇਖੋ ਆਪਾਂ ਪਹਿਲਾਂ ਵੀ ਗੱਲ ਕੀਤੀ ਹੁਣ ਭਗਵੰਤ ਸਿੰਘ ਹੋਣਾ ਨੇ ਵੀ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਅਸੀਂ ਕਿਹੋ ਜਿਹਾ ਬਣਾ ਦਿੱਤਾ ਇਹਨਾਂ ਪੋਲੀਟੀਸ਼ੀਅਨਾਂ ਨੇ, ਪੋਲੀਟੀਸ਼ੀਅਨ ਪਾਰਟੀਆਂ ਨੇ ਲਾ ਲਓ, ਚਾਹੇ ਅਸੀਂ ਆਪ ਵੀ ਲਾ ਲਈਏ ਖੁਦ ਉਹਦੇ ਵਿੱਚ ਅਸੀਂ ਕੁਛ ਹੱਦ ਤੱਕ ਅਸੀਂ ਵੀ ਇਨਵੋਲਵ ਹਾਂ ਕਿ ਅਸੀਂ ਸਮਾਜ ਨੂੰ ਦੇਣੀ ਤਾਂ ਚੰਗੀ ਸੇਧ ਸੀਗੀ, ਅਸੀਂ ਇੱਕ ਦੂਜੇ ਦੇ ਹਮਦਰਦੀ ਬਣਨਾ ਸੀਗਾ ਪਰ ਅਸੀਂ ਇੱਕ ਦੂਜੇ ਦੇ ਦੁਖੀ ਬਣ ਗਏ ਅੱਜ। ਪਿੰਡਾਂ ਦੇ ਵਿੱਚ ਦੇਖ ਲਓ, ਸ਼ਹਿਰਾਂ ਦੇ ਵਿੱਚ ਦੇਖ ਲਓ, ਆਪਸੀ ਭਾਈਚਾਰੇ ਆ ਜਿਹੜੇ ਉਹ ਖਤਮ ਕੀਤੇ ਜਾ ਰਹੇ ਆ, ਐਜੂਕੇਸ਼ਨ ਸਾਡੇ ਕੋਲ ਸਹੀ ਹੈ ਨਹੀਂ ਗੀ ਰਾਈਟ। ਉਹਦੇ ਕਰਕੇ ਜਿਹੜੀ ਇੱਦਾਂ ਦੀ ਪ੍ਰੋਬਲਮਸ ਆ ਰਹੀਆਂ ਇਹ ਮੈਨੂੰ ਇੱਦਾਂ ਲੱਗਦਾ ਵੀ ਇਹ ਉੱਥੋਂ ਕ੍ਰੀਏਟ ਹੋਈਆਂ ਪ੍ਰੋਬਲਮਸ। ਬਿਲਕੁਲ ਪ੍ਰਭ ਨੂਰ ਦੇ ਪਰਿਵਾਰ ਨਾਲ ਅਸੀਂ ਕਾਂਚੀ ਟੀਵੀ ਇਸ ਸਦਮੇ ਨੂੰ ਪਾਣਾ ਮੰਨਣ ਦਾ
ਹੀ ਕਹਿ ਸਕਦੇ ਹਾਂ। ਸੋ ਇਹ ਜੋ ਘਟਨਾ ਆ ਮੈਨੂੰ ਵਾਰ-ਵਾਰ ਉਹ ਨਹੀਂ ਸਮਝ ਆ ਰਹੀ ਵੀ ਕੀ ਇਹ ਹੱਤਿਆ ਜਾਂ ਆਤਮ ਹੱਤਿਆ। ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਪੋਲ ਦੇ ਨਾਲ ਉਸਨੇ ਖੁਦ ਆਪਣੇ ਆਪ ਨੂੰ ਖਤਮ ਕੀਤਾ, ਲੇਕਿਨ ਸਾਡੀ ਗੱਲ ਕਈ ਨੂੰ ਅਖੀਰ ਨਾ ਮੰਨਿਓ, ਇਸ ਦੀ ਜਾਂਚ ਚੱਲ ਰਹੀ ਹੈ। ਜੋ ਵੀ UK ਗਵਰਨਮੈਂਟ ਆਪਣਾ ਡਿਸੀਜਨ ਦੇਗੀ ਐਂਡ ਉਹ ਹੋਏਗਾ। ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਸਰਕਾਰੀ ਸਰਕਾਰ ਦਾ ਜਿਹੜਾ ਵਿਰੋਧ ਹੋਇਆ ਆ ਸਟੂਡੈਂਟਾਂ ਨੇ ਕੀਤਾ, ਉਹਦੇ ਬਾਰੇ ਤੁਹਾਡੇ ਕੋਲ ਕੀ ਵਿਚਾਰ ਨੇ? ਅੱਜ ਸਰਕਾਰ ਦੇ ਖਿਲਾਫ ਜਿਹੜਾ ਸਟੂਡੈਂਟ ਵਰਗ ਵੀ ਪੰਜਾਬ 'ਚ ਮੈਦਾਨ ਦੇ ਵਿੱਚ ਹੈ। ਹਾਂਜੀ ਚਾਹਲ ਜੀ, ਇਹ ਥੋੜ੍ਹੇ ਦਿਨ ਦੀ ਗੱਲ ਆ, ਪਿੱਛੇ ਆਪਾਂ ਥੋੜ੍ਹਾ ਦੇਖੀਏ 2-4 ਦਿਨ 'ਚ ਜਿਹੜੀ ਪਟਿਆਲਾ ਯੂਨੀਵਰਸਿਟੀ ਆ ਉਹਨਾਂ ਦੇ ਜਿਹੜੇ ਸਟੂਡੈਂਟ ਆ ਉਹਨਾਂ ਨੇ ਬਹੁਤ ਵੱਡੇ ਪੱਧਰ 'ਤੇ ਆ ਕੇ ਜਿਹੜਾ ਪ੍ਰਦਰਸ਼ਨ ਬਾਹਰ ਰੋਡਾਂ ਦੇ ਉੱਤੇ ਕੀਤਾ ਜੀ, ਕਿਉਂਕਿ ਸਟੂਡੈਂਟ ਉਹ ਦੇਖ ਰਹੇ ਆ ਕਿ ਜਿਹੜਾ ਕਰੋਨਾ ਦਾ ਡਰ ਪਾ ਕੇ ਇਹ ਫਿਰ ਗੌਰਮੈਂਟ ਹੈ ਜਿਹੜੀ ਸਕੂਲਾਂ ਨੂੰ, ਯੂਨੀਵਰਸਿਟੀਆਂ ਨੂੰ, ਕਾਲਜਾਂ ਨੂੰ ਬੰਦ ਕਰਨਾ ਚਾਹੁੰਦੀ ਹੈ, ਈਵਨ ਬੰਦ ਕਰ ਦਿੱਤੇ ਉਹਨਾਂ ਨੇ। ਸੋ ਦੇਖੋ ਇਹਦੇ ਵਿੱਚ ਜਿਹੜਾ ਸਟੂਡੈਂਟਸ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈਗੀ, ਕਿਉਂਕਿ ਸਰਕਾਰਾਂ ਆਪਣੇ ਕੰਮਕਾਜ ਦੇ ਵਿੱਚ ਫੇਲ ਰਹੀਆਂ। ਚਾਹੇ ਕਰੋਨਾ ਕਾਲ ਦੀ ਗੱਲ ਕਰੀਏ, ਕਰੋਨਾ ਤੋਂ ਬਚਾਉਣ ਦੇ ਲਈ ਲੋਕਾਂ ਨੂੰ ਉਹ ਬਿਲਕੁਲ ਫੇਲ ਸਾਬਤ ਹੋਈ ਹੈ ਭਾਰਤ ਵਰਗੇ ਮੁਲਕ ਦੇ ਵਿੱਚ, ਜਿਨ੍ਹਾਂ ਨੇ ਕੋਈ ਵੀ ਪਹਿਲਾਂ ਤੋਂ ਪੈਰਵਾਈ ਨਹੀਂ ਕੀਤੀ। ਹੁਣ ਚਾਹੇ ਆਪਾਂ ਇੰਗਲੈਂਡ ਦੇ ਨਾਲ ਰਿਲੇਟਡ ਆਪਾਂ ਗੱਲ ਕਰੀਏ, ਚਾਹੇ ਇੱਥੋਂ ਦੇ ਜਿਹੜੇ ਸਕੂਲ ਆ, ਕਾਲਜ, ਯੂਨੀਵਰਸਿਟੀਆਂ ਦੇਖੋ ਹੁਣ ਉਹ ਖੁੱਲ੍ਹ ਰਹੇ ਆ, ਕਿਉਂਕਿ ਉਹਨਾਂ ਨੇ ਟੀਕਾਕਰਨ ਜਿਹੜਾ ਉਹਦਾ ਸਾਰਾ ਕੁਝ ਉਹ ਚੱਲ ਰਿਹਾ, ਵੈਕਸੀਨ ਆ ਗਿਆ ਤਾਂ ਲੱਗ ਰਿਹਾ ਆ। ਸੋ ਹੌਲੀ ਹੌਲੀ ਇਹ ਸਾਰਾ ਰਾਹ ਤੇ ਪਟੜੀ ਤੇ ਜਿੱਦਾਂ ਫਿਰ ਦੁਨੀਆ ਮੁਲਕ ਇਹ ਸਾਰੇ ਫਿਰ ਆ ਰਹੇ ਆ। ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਭਾਰਤ ਵਰਗੀ ਕੰਟਰੀ ਦੇ ਵਿੱਚ ਫਿਰ ਇਹ ਵੱਧ ਰਿਹਾ। ਜਦੋਂ ਤਾਂ ਗੌਰਮੈਂਟ ਨੇ ਰੈਲੀਆਂ ਕਰਨੀਆਂ ਹੋਣ, ਦੇਖੋ ਫਿਰ ਕੋਈ ਵਾਧਾ ਨਹੀਂ ਕਰੋਨਾ, ਫਿਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਹੈ ਨਾ। ਜਾਂ ਸਰਕਾਰ ਨੇ ਆਪ ਕੋਈ ਇਹੋ ਜਿਹੇ ਜਿਹੜੇ ਸਮਾਚਾਰ ਆ ਜਾਂ ਕੁਛ ਵੀ ਉਹ ਲਿਖਣੇ ਆ ਤਾਂ ਉਦੋਂ ਕੋਈ ਕਰੋਨਾ ਨਹੀਂ ਹੈਗਾ। ਕਰੋਨਾ ਦਾ ਇਹ ਡਰ ਪਾ ਕੇ ਨਾ ਲੋਕਾਂ ਨੂੰ ਘਰਾਂ ਦੇ ਵਿੱਚ ਅੰਦਰਾਂ 'ਚ ਬਾੜਨਾ ਚਾਹੁੰਦੇ ਆ, ਕਿਉਂਕਿ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਆ ਉਹਦੇ ਨਾਲ ਰਿਲੇਟਡ, ਜਾਂ ਇਹ ਜਿਹੜੀਆਂ ਰੈਲੀਆਂ ਹੋਣੀਆਂ ਆ, ਬੰਗਾਲ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਆ, ਉਹਦੇ ਕਰਕੇ ਸਾਰਾ ਦੇਖੋ ਇਹ ਪੰਜਾਬ ਵਰਗੀ ਸਟੇਟ ਨੂੰ ਦੇਖੋ ਇਹਨਾਂ ਨੂੰ ਦੱਬਣ ਲਈ, ਦਬਾਉਣ ਦੇ ਲਈ ਇਹ ਕਿਤੇ ਨਾ ਕਿਤੇ ਚਾਹਲ ਜੀ ਇੱਦਾਂ ਲੱਗਦਾ ਵੀ ਕਿਤੇ ਐਮਰਜੈਂਸੀ ਲਾਗੂ ਨਾ ਕਰ ਦੇਣ ਪੰਜਾਬ ਦੇ ਵਿੱਚ, ਕਿ ਲੋਕ ਜਿਹੜੇ ਭੜਕ ਕੇ ਆਪਸ ਵਿੱਚ ਹੀ ਲੜਾਈਆਂ ਕਰਨ, ਲੜ ਪੈਣ, ਜਾਂ ਕੋਈ ਉਹਨਾਂ ਦੇ ਵਿੱਚ ਆਪਸ ਵਿੱਚ ਹੀ ਭਾਈਚਾਰਾ ਜਿਹੜਾ ਆ ਉਹ ਫਿਰ ਤੋਂ ਸੜਕਾਂ ਤੇ ਆ ਜਾਵੇ, ਉਹ ਲੜ ਕੇ ਇਹੋ ਜਿਹੀ ਕੋਈ ਬੁਖਲਾਹਟ ਦੇ ਵਿੱਚ ਇਹੋ ਜਿਹੇ ਸਟੈਪ ਲੈ ਲੈਣ ਤਾਂ ਕਿ ਜਿਹੜਾ ਗੌਰਮੈਂਟ ਨੂੰ ਵੀ ਇਹੋ ਜਿਹੇ ਜਿਹੜੇ ਰਸਤੇ ਉਹ ਲੱਭ ਜਾਂਦੇ ਆ। ਸੋ ਇਹ ਸੀਗਾ ਜੀ। ਪਿਆਰੇ ਦਰਸ਼ਕੋ, ਜੇਕਰ ਸਟੂਡੈਂਟ ਜਦੋਂ ਸੜਕਾਂ 'ਤੇ ਆ ਜਾਣਗੇ, ਗੱਲ ਉਸ ਦਿਨ ਬਣਨੀ ਆ ਜਿਸ ਦਿਨ ਨੌਜਵਾਨ ਜਿਹੜਾ ਜੰਗ ਤਬਕਾ ਆ ਉਹ ਆ ਕੇ ਸਰਕਾਰ ਦੇ ਖਿਲਾਫ ਕੁਝ ਕਹੇਗਾ। ਪਰ ਕੇਜਰੀਵਾਲ ਦੀ ਰੈਲੀ ਦੇ ਵਿੱਚ ਕਿਸਾਨਾਂ ਦੇ ਕਿਸੇ ਵੀ ਝੰਡੇ ਦਾ ਜ਼ਿਕਰ ਨਹੀਂ ਹੋਇਆ, ਕੋਈ ਵੀ ਝੰਡਾ ਦਿਖਾਈ ਨਹੀਂ ਦਿੱਤਾ। ਭਗਵਾਨ ਜੀ ਕੀ ਕਹਿਣਾ ਚਾਹੋਗੇ? ਇਹ ਜੀ ਜਿਹੜਾ ਉਹਨਾਂ ਨੇ ਰੈਲੀ ਕੀਤੀ ਆ, ਰੈਲੀ ਤਾਂ ਬਹੁਤ ਭਾਰੀ ਕੀਤੀ ਆ ਜੀ, ਤੇ ਉਹਨਾਂ ਨੇ ਜਿਹੜੀ ਰੈਲੀ ਦਾ ਉਹਨਾਂ ਦਾ ਮਤਲਬ ਆਪਣੇ ਆਪ ਦਾ ਜਿਹੜਾ, ਮੈਂ ਮਾਫ ਕਰਨਾ ਤੁਹਾਨੂੰ ਵਿੱਚ ਟੋਕਦਾ। ਪਿਆਰੇ ਦਰਸ਼ਕੋ, ਲਾਈਨਾਂ ਖੁੱਲ੍ਹ ਚੁੱਕੀਆਂ। ਅਗਰ ਤੁਸੀਂ ਕੋਈ ਆਪਣਾ ਭਾਵ ਵਿਅਕਤ ਕਰਨਾ ਚਾਹੁੰਦੇ ਹੋ, ਕੋਈ ਚੱਜ ਦੀ ਗੱਲ ਕਰਨ ਲਈ ਪਲੀਜ਼ ਫੋਨ ਕਰਿਓ, ਔਰ ਇੱਧਰ ਉੱਧਰਲੀਆਂ ਗੱਲਾਂ ਮਾਰਨ ਲਈ ਸਮਾਂ ਹਜੇ ਬਹੁਤ ਘੱਟ ਆ। ਸੋ ਜੇ ਕੋਈ ਚੱਜ ਦੀ ਤੁਹਾਡੇ ਮਨ 'ਚ ਕੋਈ ਗੱਲ ਆਉਂਦੀ ਸਾਨੂੰ ਸਮਝਾਉਣ ਦੀ, ਤਾਂ ਆਪਣਾ ਫੋਨ ਜਿਹੜਾ ਚੁੱਕੋ, ਤਾਂ ਸਾਨੂੰ ਕਾਲ ਕਰੋ ਅਤੇ ਆਪਣਾ ਜੋ ਵੀ ਵਿਚਾਰ ਆ ਉਹ ਸਾਡੇ ਨਾਲ ਸਾਂਝਾ ਕਰੋ। ਜੀ ਭਗਵਾਨ ਜੀ, ਸੌਰੀ। ਇਹ ਅਸਲ ਦੇ ਵਿੱਚ ਆਪਣੀ ਤਾਕਤ ਦੀ ਪ੍ਰਦਰਸ਼ਨੀ ਕਰਨ ਵਾਲੀ ਗੱਲ ਹੈਗੀ ਯਾਰ। ਇਲੈਕਸ਼ਨ ਆਉਂਦੇ ਪਏ ਨੇ, ਉਧਰ ਹੀ ਸਭ ਕੁਝ ਤਿਆਰੀਆਂ ਹੁੰਦੀਆਂ ਪਈਆਂ। ਅਸਲ ਜਿਹੜੀਆਂ ਪਾਰਟੀਆਂ ਨੇ ਸਾਰੀਆਂ ਇਹਨਾਂ ਦਾ ਆਪਣਾ, ਇਹਨਾਂ ਨੂੰ ਲੋਕਾਂ ਨਾਲ ਜਿੱਦਾਂ ਹੈਗਾ ਕੋਈ ਸੰਬੰਧ ਨਹੀਂ ਹੈ। ਇਹਨਾਂ ਨੇ ਜਿਸ ਤਰ੍ਹਾਂ ਉਹ ਇੱਕ ਇਹਨਾਂ ਦੇ ਆਪਾਂ ਪਿਛਲੀ ਵਾਰੀ ਆਪਾਂ ਗੱਲ ਕਰਦੇ ਸੀ ਕਿ ਇਹਨਾਂ 25% ਉਹਨੇ ਜਿਹੜੀ ਐਜੂਕੇਸ਼ਨ ਦਾ ਐਲਾਨ ਕੀਤਾ ਵੀ ਉਹਦਾ ਬਜਟ ਦਾ ਲਾਵਾਂਗੇ। ਇਹਨਾਂ ਦੇ ਅਸਲ ਦੇ ਵਿੱਚ ਸਾਰੇ ਇਹ ਲਗਭਗ ਇਹਨੇ ਕਿਸੇ ਤੱਕ ਦਿਖਾਇਆ ਵੀ ਆਪ ਵਾਲਿਆਂ ਨੇ, ਪਰ ਇਹ ਸੋਚੇ ਹੁੰਦੇ ਕਈ ਵਾਰ ਬਹੁਤੇ, ਅਤੇ ਜਿਹਦੇ ਨਾਲ ਕਿ ਇਹ ਲੋਕਾਂ ਨੂੰ ਬੁੱਧੂ ਬਣਾ ਕੇ ਪਿੱਛੇ ਲਾਉਣਾ ਚਾਹੁੰਦੇ ਨੇ। ਇਹਨਾਂ ਨੇ ਦਿੱਲੀ ਦੇ ਵਿੱਚ ਆਪਣਾ ਕੰਟਰੋਲ ਕੀਤਾ ਆ, ਅਤੇ ਹੁਣ ਇਹਨਾਂ ਦਾ ਮੂੰਹ ਪੰਜਾਬ ਦੇ ਵਿੱਚ, ਪੰਜਾਬ ਵੱਲ ਨੂੰ ਹੁੰਦਾ ਪਿਆ। ਅਤੇ ਜਿਹੜਾ ਅਸਲ ਦੇ ਵਿੱਚ ਆਪ ਪਾਰਟੀ ਹੈਗੀ ਆ, ਉਹਨਾਂ ਦਾ ਕਿਸਾਨੀ ਦੇ ਨਾਲ ਉਹਨਾਂ ਨੇ ਹਮਦਰਦੀ ਜ਼ਾਹਰ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਇਸ ਤੋਂ ਜਿਹੜੀ ਹੁਣ ਹੋਇਆ ਬਈ ਉਹਨਾਂ ਨੇ, ਉਹਨਾਂ ਦਾ ਕੋਈ ਇੱਕ ਵੀ ਝੰਡਾ ਉਹਨਾਂ ਦਾ ਕਿਸਾਨੀ ਦਾ ਨਹੀਂ ਸੀ, ਜਾਂ ਕਿਸਾਨੀ ਬਾਰੇ ਗੱਲ ਨਹੀਂ ਕੀਤੀ ਗਈ। ਇਸ ਤੋਂ ਉਹਨਾਂ ਦਾ ਕਰੈਕਟਰ, ਉਹਨਾਂ ਦੀ ਜਿਹੜਾ ਪਤਾ ਲੱਗਦਾ ਕਿ ਉਹਨਾਂ ਦੀ ਭਾਵਨਾਵਾਂ ਕੀ ਨੇ। ਹੁਣ ਕਿਉਂਕਿ ਆਪ ਬਾਰੇ ਆਮ ਲੋਕ ਜਿਹੜੇ ਇਹ ਸੋਚਦੇ ਕਿ ਇਹ ਇੱਕ ਕਿਸਮ ਦਾ ਲਗਭਗ, ਕਈ ਤਾਂ ਇੱਥੇ ਤਾਂ ਕਹਿਣ ਤਾਂ ਚੱਲੇ ਦਾ ਵੀ RS ਦਾ ਇੱਕ ਵਿੰਗ ਹੈ, ਜਾਂ ਉਹਨਾਂ ਦੀ ਰਲੀ ਭੁਗਤ ਭਾਜਪਾ ਨਾਲ ਹੈਗੀ ਆ। ਸੋ ਆਪਾਂ ਇਹ ਗੱਲ 'ਚ ਨਹੀਂ ਜਾਂਦੇ ਕਿ ਉਹਨਾਂ ਦੇ ਲੋਕਾਂ ਦੇ ਖਿਆਲ ਨੇ,
ਤੇ ਅਸਲ ਦੇ ਵਿੱਚ ਉਹ ਗੱਲ ਆ ਜਿਹੜੀ ਉਹਨਾਂ ਦਾ ਇਹ ਗੱਲ ਕਲੀਅਰ ਹੋ ਗਈ ਆ ਕਿ ਉਹਨਾਂ ਨੂੰ ਕੋਈ ਕਿਸਾਨੀ ਨਾਲ ਕੋਈ ਨੇੜੇ ਦਾ ਲਾਗਾ ਦਾਗਾ ਨਹੀਂ ਆ। ਉਹਨਾਂ ਨੂੰ ਕੋਈ ਐਡੀ ਕੋਈ ਉਹਨਾਂ ਨਾਲ ਉਹਨਾਂ ਦੀ ਜਿਹੜੀ ਹੈਗੀਆਂ ਬਈ ਉਹ ਜੇ ਉੱਥੇ ਜਾ ਕੇ ਬੈਠਦੇ ਨੇ ਉਹਨਾਂ ਦੇ ਸਿਰਫ ਤੇ ਸਿਰਫ ਇੱਕੋ ਮਨਸ਼ਾ ਰੱਖ ਕੇ ਜਾਂਦੇ ਨੇ ਕਿ ਸਾਡਾ ਇਹ ਵੋਟ ਬੈਂਕ ਹੈਗਾ, ਉਸ ਨੂੰ ਮੱਦੇ ਨਜ਼ਰ ਰੱਖ ਕੇ ਉਹਨਾਂ ਦੀ ਰੈਲੀਆਂ ਜਾਂਦੇ ਨੇ, ਉਹਨਾਂ ਦੇ ਭਾਸ਼ਣ ਦਿੰਦੇ ਨੇ ਸਾਰੇ ਲੋਕ। ਜੀ ਪਿਆਰੇ ਦਰਸ਼ਕੋ, ਭਾਰਤ ਦੇ ਮੱਥੇ ਤੇ ਇਹ ਕਲੰਕ ਰਹੇਗਾ, ਭਾਰਤ ਦੇ ਮੱਥੇ ਤੇ ਇਹ ਕਲੰਕ ਰਹੇਗਾ ਜਦ ਤੱਕ ਫਸਾਦਾਂ ਨੂੰ ਤਿਉਹਾਰ ਮਨਾਇਆ ਜਾਏਗਾ। ਬਿਲਕੁਲ, ਬਹੁਤ ਵਧੀਆ। ਸਾਡੇ ਭਾਰਤ ਦੇ ਲੋਕਾਂ 'ਚ ਇਹ ਬੜੀ ਬਦਕਿਸਮਤੀ ਕਹਿ ਲਓ ਕਿ ਜਿਹੜੇ ਫਸਾਦ ਹੋ ਕੇ ਹਟੇ ਹੁੰਦੇ ਨਾ, ਉਹਨਾਂ ਨੂੰ ਸਾਲਾਂ ਬਾਅਦ ਤਿਉਹਾਰਾਂ ਦੇ ਤੌਰ 'ਤੇ ਮਨਾਇਆ ਜਾਂਦਾ। ਇਵੇਂ ਹੀ ਅਸੀਂ ਆਪਣੇ ਮਹਾਂਪੁਰਸ਼ ਵੀ ਵੰਡ ਲੈਂਦੇ ਹਾਂ। ਜਿੰਨੀ ਕੁ ਸਾਡੇ ਕੋਲ ਸਮਝ ਹੁੰਦੀ ਆ, ਜਿੰਨੀ ਕੁ ਸਾਡੇ ਕੋਲ ਅਕਲ ਹੁੰਦੀ ਆ, ਉਹਦੇ ਅਨੁਸਾਰ ਅਸੀਂ ਮਹਾਂਪੁਰਸ਼ਾਂ ਨੂੰ ਵੀ ਵੰਡਿਆ ਹੈ। ਇਹ ਮੇਰਾ, ਇਹ ਤੇਰਾ। ਜਦ ਕਿ ਵਿਚਾਰਧਾਰਕ ਲੋਕ ਜਿਹੜੇ ਆਉਂਦੇ ਨੇ, ਮਹਾਂਪੁਰਸ਼ ਆਉਂਦੇ ਨੇ, ਉਹ ਕਿਸੇ ਇੱਕ ਲਈ ਨਹੀਂ ਹੁੰਦੇ। ਮੈਂ ਜੇ ਗੌਤਮ ਬੁੱਧ ਦੀ ਗੱਲ ਕਰਾਂ ਤਾਂ ਉਹਨਾਂ ਨੇ ਇੱਕ ਗੱਲ ਕਹੀ ਆ ਕਿ ਮੇਰੇ ਤੋਂ ਪਹਿਲਾਂ ਆਏ ਪੁਰਸ਼ਾਂ ਨੂੰ ਤਾਂ ਮੇਰੇ ਤੋਂ ਆਉਣ ਵਾਲੇ ਬਾਅਦ ਦੇ ਪੁਰਸ਼ਾਂ ਨੂੰ ਵੀ ਮੇਰਾ ਪ੍ਰਣਾਮ ਆ। ਉਹਨਾਂ ਨੇ ਇੱਕ ਆਪਣੀ ਭਾਸ਼ਾ 'ਚ ਕਹੀ ਆ। ਇਹ ਮੈਂ ਤਾਂ ਗੱਲ ਕੀਤੀ ਆ ਕਿ ਬਹੁਤ ਸਾਰੇ ਲੋਕ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਨੂੰ ਧਰਮ ਦੇ ਨਾਲ ਹੀ ਜੋੜੀ ਜਾਂਦੇ ਆ। ਕੋਈ ਕਹਿ ਰਿਹਾ ਇਹ ਸਿੱਖ ਹੈ, ਕੋਈ ਕਿਸੇ ਤਰੀਕੇ ਨਾਲ, ਕੋਈ ਕਿਸੇ ਤਰੀਕੇ ਨਾਲ। ਜੇਕਰ ਅਸੀਂ ਉਹਨਾਂ ਦੀ ਸੋਚ ਨੂੰ ਦੇਖਿਆ ਜਾਏ, ਮੈਂ ਆਪਣੇ ਪਿੰਡ ਦੇ ਵਿੱਚ ਡਾਕਟਰ ਗੁਰਦਿਆਲ ਸਿੰਘ ਫੁੱਲ ਦਾ 2 ਦਿਨ ਦਾ ਮੇਲਾ ਕਰਾਉਂਦਾ ਹੁੰਦਾ ਸੀ। ਫੁੱਲ ਸਾਹਿਬ ਨੇ ਪੌਣੇ 300 ਕਿਤਾਬ ਲਿਖੀ, ਪ੍ਰਿੰਸੀਪਲ ਰਹੇ ਨੇ 2-3 ਕਾਲਜਾਂ ਦੇ, ਅੰਮ੍ਰਿਤਸਰ ਦੇ, ਲਾਇਲਪੁਰ ਖਾਲਸਾ ਕਾਲਜ ਦੇ ਵੀ ਮੇਰੇ ਪਿੰਡ ਦੇ ਸਨ। ਇਸ ਕਰਕੇ ਮੈਂ ਪ੍ਰੋਗਰਾਮ ਕਰਦਾ ਸੀ ਤਾਂ ਉਹਨਾਂ ਦੀ ਕਮਿਊਨਿਟੀ ਦੇ ਜਿਹੜੀ ਫੁੱਲ ਨੇ, ਰਾਮਗੜੀਆ ਕਮਿਊਨਿਟੀ ਦੇ, ਅਗਲੀ ਵਾਰ ਉਹਨਾਂ ਨੇ ਕਿਹਾ ਅਸੀਂ ਕਰਿਆ ਕਰਨਾ ਕਿਉਂਕਿ ਸਾਡੀ ਕਮਿਊਨਿਟੀ 'ਚੋਂ ਸਾਰੀ ਜ਼ਿੰਦਗੀ ਉਹਨਾਂ ਦੀਆਂ ਪੌਣੇ 300 ਇਸ ਕਿਤਾਬਾਂ 'ਤੇ ਲਿਖਣ 'ਤੇ ਲੱਗ ਗਏ ਵੀ ਜਾਤ ਪਾਤ ਨਹੀਂ ਹੁੰਦੀ, ਤੇ ਲੇਕਿਨ ਮਗਰ ਜਾਤ ਫਿਰ ਖੜੀ ਆ। ਭਗਤ ਸਿੰਘ ਜਿਸ ਨੇ ਆਪਣੀ ਵਿਚਾਰਧਾਰਾ ਧਰਮ ਨੂੰ ਤੋੜਨ ਲਈ ਕੀਤੀ, ਅਸੀਂ ਉਹਨੂੰ ਅੱਜ ਸਿੱਖ ਬਣਾ ਕੇ ਪੇਸ਼ ਕਰ ਰਹੇ ਹਾਂ। ਸ਼ਹੀਦ ਊਧਮ ਸਿੰਘ ਜੋ ਖੁਦ ਕਮਿਊਨਿਸਟ ਸੀ, ਅਸੀਂ ਅੱਜ ਉਹਨੂੰ ਸਿੱਖ ਬਣਾ ਕੇ ਪ੍ਰਚਾਰ ਕਰ ਰਹੇ ਹਾਂ। ਇਹਦੇ 'ਤੇ ਅੱਜ ਅਸੀਂ ਗੱਲ ਕਰਾਂਗੇ। ਭਗਵਾਨ ਜੀ ਕੀ ਕਹਿਣਾ ਚਾਹੋਗੇ? ਭਗਤ ਸਿੰਘ ਦੇ ਨਾਲ ਸੰਬੰਧਿਤ ਦਿਨ ਵੀ ਗੁਜ਼ਰ ਕੇ ਗਏ ਨੇ, ਕੀ ਕਹੋਗੇ? ਇਹ ਭਗਤ ਸਿੰਘ ਉਹਨਾਂ ਬਾਰੇ ਇੱਕ ਆਮ ਫੋਟੋ ਜਿਹੜੀ ਜ਼ਿਆਦਾਤਰ ਹੱਥ ਨਾਲ ਇੱਕ ਆਰਟਿਸਟਿਕ ਫੋਟੋ ਹੈ, ਚਿੱਤਰ ਬਣਾਇਆ, ਉਹਨਾਂ ਦਾ ਚਿੱਤਰ ਬਣਾਇਆ ਹੋਇਆ ਵੀ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਉਹ ਨਾਲ ਘੜਾ ਪਿਆ, ਉਹਨਾਂ ਦੇ ਹੱਥਾਂ ਦੇ ਵਿੱਚ ਸੰਗਲਾਂ ਪਾਈਆਂ ਹੋਈਆਂ ਨੇ ਤੇ ਉਹਨਾਂ ਨੇ ਗੁੱਟਾ ਕੀਤਾ ਹੋਇਆ। ਅਸਲ ਦੇ ਵਿੱਚ ਲੋਕਾਂ ਨੂੰ ਇਹ ਭੁਲੇਖਾ ਪਾਇਆ ਜਾਂਦਾ, ਜਿਹੜੀ ਇੱਕ ਕਿਤਾਬ ਜਿਹੜੀ ਇੱਕ ਐਕਚੁਅਲੀ ਅਸਲ 'ਚ ਉਹਦੀ ਜਿਹੜੀ ਫੋਟੋ ਹੈ ਭਗਤ ਸਿੰਘ ਦੀ, ਜਿਹੜੀ ਇੱਕ ਦੁਸਹਿਰਾ ਕਾਂਡ ਲਾਹੌਰ ਦੇ ਵਿੱਚ ਹੋਇਆ ਸੀਗਾ 1926 ਦੇ ਵਿੱਚ, 20 ਅਕਤੂਬਰ ਨੂੰ ਸ਼ਾਇਦ ਸੀ, ਤੇ ਉਸ ਵਕਤ ਉਸ ਦੀ ਇਨਕੁਆਇਰੀ ਦੇ ਵਿੱਚ ਭਗਤ ਸਿੰਘ ਨੂੰ ਫੜਿਆ ਗਿਆ ਤੇ ਲਾਹੌਰ ਰੇਲਵੇ ਸਟੇਸ਼ਨ ਦੇ ਕੋਲ ਉਹਨਾਂ ਦੀ ਜਿਹੜੀ ਜੇਲ੍ਹ ਹੈ ਉੱਥੇ ਉਹਨਾਂ ਨੂੰ ਇੰਟਰਵਿਊ ਕੀਤਾ ਗਿਆ। ਉਹਨਾਂ ਦੀ ਜਿਹੜੀ ਗੱਲਬਾਤ ਕਰਦੇ ਸੀ ਤੇ ਇੱਕ ਭਾਈ ਗੋਪਾਲ ਸਿੰਘ ਉੱਥੇ ਉਸ ਟਾਈਮ ਦਾ ਜਿਹੜਾ CID ਦਾ ਸੀਗਾ, ਉਹ ਉਸ ਨੂੰ ਬਿਠਾ ਕੇ ਗੱਲ ਕਰ ਰਿਹਾ ਤੇ ਉਸ ਵਕਤ ਉਹਨਾਂ ਦੀ ਫੋਟੋ, ਉਹ ਖਿੱਚੀ ਫੋਟੋ ਇੱਕ ਜਿਹੜੀ ਕਿ ਆ ਆਮ ਆਪਾਂ ਨੂੰ ਹੈਗੀ ਆ, ਸ਼ਾਇਦ ਮੇਰੇ ਵੀਰ ਦਿਖਾ ਵੀ ਦੇਣ ਟੈਲੀਵਿਜ਼ਨ ਦੇ ਉੱਤੇ, ਤੇ ਉਹ ਫੋਟੋ ਨੂੰ ਉਹ 1926 ਦੀ ਫੋਟੋ ਨੂੰ ਉਹ ਦਿਖਾ ਕੇ ਲੋਕਾਂ ਦੇ ਵਿੱਚ ਇਹ ਕੋਸ਼ਿਸ਼ ਕਰਦੇ ਆ। ਸੌਰੀ 1927 ਨੂੰ ਫੋਟੋ ਖਿੱਚੀ ਹੋਈ ਆ ਭਗਤ ਸਿੰਘ ਦੀ ਇਹ, ਤੇ ਉਸ ਦੇ ਵਿੱਚ ਇਹ ਗੋਪਾਲ ਸਿੰਘ CID ਦਾ ਆਫਿਸਰ ਹੈ ਉਸ ਟਾਈਮ ਦਾ, ਅੰਗਰੇਜ਼ਾਂ ਦਾ, ਇਹ ਉਸ ਨੂੰ ਇੰਟਰਵਿਊ ਕਰ ਰਿਹਾ। ਇਸ ਫੋਟੋ ਨੂੰ ਉਹ ਦਿਖਾਉਂਦੇ ਨੇ ਕਿ ਇਹ ਜਿਹੜੀ 23 ਮਾਰਚ 1931 ਨੂੰ ਜੋ ਫਾਂਸੀ ਲੱਗਣ ਤੋਂ ਪਹਿਲਾਂ ਉਹਨਾਂ ਦੀ ਇਹ ਫੋਟੋ ਹੈਗੀ ਆ, ਉਹਨਾਂ ਦੇ ਜੇਲ੍ਹ ਦੇ ਵਿੱਚੋਂ ਖਿੱਚੀ ਆ। ਤੇ ਕਈ ਤਰ੍ਹਾਂ ਦੇ ਭੁਲੇਖੇ, ਜਾਂ ਉਹਨੂੰ ਗੋਪਾਲ ਸਿੰਘ ਨੂੰ ਅਲੱਗ ਕਰ ਦਿੱਤਾ ਜਾਂਦਾ, ਉਸ ਦੀ ਉਹ ਫੋਟੋ ਇਕੱਲੀ ਭਗਤ ਸਿੰਘ ਦਿਖਾਉਂਦੇ ਆ। ਤੇ ਜਿਹੜੇ ਕਿ ਇੱਕ ਐਡੇ ਵੱਡੇ ਸ਼ਹੀਦ ਨੂੰ ਐਡੇ ਵੱਡੇ ਕਰੈਕਟਰ ਨਾਲ ਬੇਇਨਸਾਫੀ ਕਰਦੇ ਆ, ਜਿਹੜਾ ਇੱਕ ਬਹੁਤ ਹੀ ਮਾੜੀ ਗੱਲ ਹੈ। ਜਿਹੜੀ ਸਭ ਤੋਂ ਦੂਜੀ ਗੱਲ ਹੈ ਕਿ ਆਹ ਫੋਟੋ ਹੈਗੀ ਆ, ਡੇਟਸ ਨੇ, ਇਹ ਕੱਲ੍ਹ ਦੀਆਂ ਗੱਲਾਂ ਆ, ਅੰਗਰੇਜ਼ਾਂ ਨੇ ਪੂਰੀਆਂ ਤਰੀਖਾਂ ਲਿਖੀਆਂ, ਇਹਨਾਂ ਦਾ ਸਾਰਾ ਕੁਛ ਇਤਿਹਾਸ ਮਿਲਦਾ ਆ। ਤੇ ਨੰਬਰ 2 ਤੇ ਭਗਤ ਸਿੰਘ ਦੀ ਜਿਹੜੀ ਸਭ ਤੋਂ ਵੱਡੀ ਇੱਕ ਕਿਤਾਬ ਹੈਗੀ ਆ, ਮੈਂ ਨਾਸਤਿਕ ਕਿਉਂ, ਇੱਕ ਛੋਟਾ ਜਿਹਾ ਕਿਤਾਬ 'ਚ ਆਇਆ, ਤੇ ਜਿੱਦਾਂ ਆ ਮੇਰਾ ਪੁਰਾਣਾ ਮੈਂ ਬਹੁਤ ਚਿਰ ਦਾ ਸਾਂਭੇ ਰੱਖਿਆ ਆ, ਤੇ ਇਹ ਕਿਤਾਬ 'ਚ ਆਇਆ, ਇਹ ਮੇਰੇ ਕੋਲ ਬਹੁਤ ਦੇਰ ਦਾ ਪਿਆ, ਤੇ ਇੱਕ ਉਹਦੀਆਂ ਲਿਖੀਆਂ ਕਿਤਾਬਾਂ ਨੇ ਉਹਦੀਆਂ। ਭਗਵਾਨ ਜੀ ਇਹ ਹੈਗਾ ਮੈਂ ਨਾਸਤਿਕ ਕਿਉਂ ਹਾਂ। ਹਾਂਜੀ, ਨਾਸਤਿਕ ਕੀ ਹੁੰਦਾ? ਨਾਸਤਿਕ ਉਸ ਬੰਦੇ ਨੂੰ ਕਿਹਾ ਜਾਂਦਾ ਜਿਹਦਾ ਰੱਬ ਦੇ ਵਿੱਚੋਂ ਭਰੋਸਾ ਉੱਡ ਜਾਂਦਾ, ਜਾਨੀ ਰੱਬ ਨੂੰ ਨਹੀਂ ਮੰਨਦਾ। ਆਸਤਕ ਉਹ ਹੁੰਦਾ ਇੱਕ ਹਾਂ, ਆਸਤਕ ਹੁੰਦਾ ਰੱਬ ਨੂੰ ਮੰਨਣਾ। ਹਾਂ, ਆਸਤਕ ਜਿਹੜਾ ਰੱਬ ਨੂੰ ਮੰਨਦਾ ਆ। ਜਿਹੜਾ ਆਸਤਕ ਹੁੰਦਾ ਨਾ,
ਹਾਂਜੀ। ਸੌਖਿਆਂ ਭੁਗਤ ਜਾਣਾ ਹੁੰਦਾ, ਮੱਥਾ ਟੇਕ ਕੇ ਗੱਲ ਦੱਸ ਕੇ ਵੀ ਰੱਬ ਹੈਗਾ। ਜਿਹੜਾ ਆਸਤਕ ਹੁੰਦਾ, ਜਿਹੜਾ ਨਾਸਤਕ ਹੁੰਦਾ, ਉਹਨੂੰ ਹਜ਼ਾਰਾਂ ਕਿਤਾਬਾਂ ਪੜ੍ਹ ਕੇ ਦੱਸਣਾ ਪੈਂਦਾ ਵੀ ਰੱਬ ਨਹੀਂ ਹੈਗਾ। ਹਾਂਜੀ ਜੀ, ਇਹ ਇਸ ਤਰ੍ਹਾਂ ਹੀ ਬਣਿਆ। ਜੇ ਕੋਈ ਬੰਦੇ ਨਾ, ਮੈਨੂੰ ਕਈ ਵਾਰ ਕਹਿੰਦੇ ਸੀ ਕਿ ਇਸ ਤਰ੍ਹਾਂ ਦੀ ਗੱਲਾਂ ਕਿ ਅਸਲ ਤੁਸੀਂ ਜੇ ਨਾਸਤਕ ਬਣ ਕੇ ਦੇਖਦੇ ਹੋ ਨਾ, ਜਿਉਣਾ ਬਹੁਤ ਜਿਗਰੇ ਵਾਲੀ ਗੱਲ ਹੈ। ਤੁਹਾਡਾ ਇੱਕ ਦਿਮਾਗ ਕਲੀਅਰ ਹੁੰਦਾ। ਮੈਂ ਤੇ ਸੌਰੀ ਇਹਦੇ ਬਾਰੇ ਮੈਂ ਇੱਕ ਮਿੰਟ ਪਿਆਰੇ ਦਰਸ਼ਕੋ, ਜਿਹੜੀ ਇੱਥੇ ਗੱਲ ਹੋ ਰਹੀ ਆ ਤੁਸੀਂ ਹੋਰ ਪਾਸੇ ਨਾ ਲੈ ਜਾਇਓ, ਇਸ ਕਰਕੇ ਇਹਨੂੰ ਕਲੀਅਰ ਕਰ ਦਈਏ ਕਿ ਜੋ ਅਸੀਂ ਗੱਲ ਕਰ ਰਹੇ ਭਗਤ ਸਿੰਘ ਦੀ ਕਿਤਾਬ ਮੈਂ ਨਾਸਤਿਕ ਕਿਉਂ ਹਾਂ ਬਾਰੇ ਕਰ ਰਹੇ ਹਾਂ, ਜਿਹਦਾ ਮਤਲਬ ਕਿ ਮੈਂ ਰੱਬ ਨੂੰ ਨਹੀਂ ਮੰਨਦਾ। ਅਸੀਂ ਇਹ ਇਸ ਗੱਲ ਲਈ ਕਰ ਰਹੇ ਹਾਂ, ਜਿਹੜੇ ਰੱਬ ਨੂੰ ਮੰਨਦੇ ਅਸੀਂ ਉਹਨਾਂ ਨੂੰ ਹਟਣ ਲਈ ਨਹੀਂ ਕਹਿ ਰਹੇ। ਜਿਹੜੀ ਉਹਨਾਂ ਦੀ ਵਿਚਾਰਧਾਰਾ ਆ ਉਹਦੇ ਅੱਜ ਖਿਲਾਫ ਹੀ ਹੋ ਰਿਹਾ ਆ, ਉਹਦੇ ਤੇ ਗੱਲ ਕਰ ਰਹੇ ਹਾਂ। ਇਹ ਵੀ ਜਿਹੜੀ ਕਿਤਾਬ ਹੈ ਇਹ ਭਗਤ ਸਿੰਘ ਹੁਣਾਂ ਦੀ ਆਪਣੀ ਲਿਖਣੀ ਹੈ, ਆਪਣੀ ਲਿਖਤ ਹੈ, ਕਿਸੇ ਦੀ ਨਹੀਂ ਹੈ ਜੀ। ਅਰੇ ਇਹ ਆਪਣੇ 1900 ਲਾ ਲਓ ਤੁਸੀਂ 27 ਦੇ ਤੋਂ ਬਾਅਦ 1927 ਦੇ ਵਿੱਚ ਇਹ ਪ੍ਰਕਾਸ਼ਿਤ ਹੋਈ ਆ ਪੇਪਰ ਦੇ ਵਿੱਚ ਉਸ ਟਾਈਮ ਦੇ ਵਿੱਚ। ਤੇ ਉੱਥੋਂ ਅਸਲ ਦੇ ਵਿੱਚ ਕੀ ਆ, ਉਹਦੇ ਵਿੱਚ ਉਹਨੂੰ ਭਗਤ ਸਿੰਘ ਨੂੰ ਨਾ ਉਸਦੇ ਜਿਹੜੇ ਨਾਲ ਦੇ ਸਾਥੀ ਸੀ ਉਹ ਉਹਨੂੰ ਕਹਿਣ ਆਪੇ ਸੀ ਕਿ ਤੂੰ ਘਮੰਡੀ ਹੋ ਗਿਆ, ਤੇਰਾ ਰੱਬ ਤੂੰ ਵਿਨਾਸਤਕ ਤਾਂ ਕਿ ਤੂੰ ਘਮੰਡੀ ਹੋ ਗਿਆ, ਵੀ ਤੈਨੂੰ ਘਮੰਡ ਆਪਣੇ ਆਪ ਦੇ। ਉਹ ਕਹਿੰਦਾ ਮੈਨੂੰ ਘਮੰਡ ਨਹੀਂ ਮੈਨੂੰ ਹੈਗਾ, ਮੇਰੇ ਕੁਝ ਕਾਰਨ ਨੇ, ਮੈਂ ਸੋਚ ਕੇ ਹੋਇਆ, ਉਹਦੇ ਕਾਰਨ ਮੈਨੂੰ ਦੱਸਦੇ ਪਏ ਨੇ। ਤੇ ਉਸਨੇ ਕਾਰਨਾਂ ਸਮੇਤ ਉਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਕਾਹਤੇ ਇਸ ਤਰ੍ਹਾਂ ਨਾਸਤਕ ਬਣਿਆ। ਤੇ ਉਸ ਦੀ ਜਿਹੜੀ ਕਿਤਾਬ 'ਚ ਆਇਆ, ਉਹਨੇ 30 ਅਕਤੂਬਰ 1930 ਦੇ ਵਿੱਚ ਲਗਭਗ ਫਿਨਿਸ਼ ਕੀਤਾ, 4 ਅਕਤੂਬਰ 1930 ਦੇ ਵਿੱਚ। ਤੇ ਉਸੇ ਦੌਰਾਨ ਜਦੋਂ ਆਪਣੇ ਇੱਕ ਬੜੇ ਮਹਾਨ ਗਦਰੀ ਬਾਬੇ ਹੋਏ ਨੇ ਭਾਈ ਰਣਧੀਰ ਸਿੰਘ ਜੀ, ਜਿਹਨਾਂ ਦੀ ਬਹੁਤ ਦੇਣ ਹੈਗੀ ਆ, ਤੇ ਉਹਨਾਂ ਭਗਤ ਸਿੰਘ ਨੇ ਉਹਨਾਂ ਨੂੰ ਮਿਲਣ ਦੀ ਗੱਲ ਕੀਤੀ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਤੇ ਉਹਨਾਂ ਨੇ ਰਣਧੀਰ ਸਿੰਘ ਜੀ ਨੇ ਉਹਨਾਂ ਨੂੰ ਮਿਲਣ ਤੋਂ ਨਾ ਕਰ ਦਿੱਤੀ ਸੀ ਕਿ ਭਈ ਤੂੰ ਕੇਸ ਕਟਾਏ ਨੇ, ਮੈਂ ਤੁਹਾਨੂੰ ਨਹੀਂ ਮਿਲਣਾ। ਤੇ ਉਸ ਨੇ ਉਹ ਜਵਾਬ ਵੀ ਦਿੱਤਾ ਸੀਗਾ ਵੀ ਮੈਂ ਤਾਂ ਜੇ ਕੇਸ ਕਟਾਏ ਨੇ ਬੰਦ ਮੈਂ ਕਟਾਉਣਾ, ਮੈਂ ਤਾਂ ਆਪਣੇ ਦੇਸ਼ ਨੂੰ ਹੋਲਡ ਕਰਨਾ ਜੀ। ਹਾਂਜੀ। ਤੇ ਉਸ ਦੇ ਲਈ ਉਸ ਟਾਈਮ ਉਹਨਾਂ ਨੇ ਇਹ ਗੱਲ ਕੀਤੀ, ਬਾਅਦ ਦੇ ਵਿੱਚ ਗੱਲ ਲੋਕਾਂ ਨੇ ਇਹ ਕੀਤੀ ਹੈ ਕਿ ਰਣਧੀਰ ਸਿੰਘ ਜੀ ਨੂੰ ਮਿਲਣ ਤੋਂ ਬਾਅਦ ਭਗਤ ਸਿੰਘ ਸਿੱਖ ਸੱਜ ਗਿਆ ਸੀ, ਰੱਬ ਨੂੰ ਮੰਨਣ ਲੱਗ ਪਿਆ ਸੀ। ਤੇ ਜਿਹੜੀ ਕਿ ਗੱਲ ਇੱਕ ਚੰਗੀ ਹੋਈ ਕਿ ਜਿਹੜਾ ਕਿਤਾਬ ਉਹਨੇ ਲਿਖੀ ਆ ਇਹਦੇ ਵਿੱਚ ਇਹ ਡੇਟਡ ਹੈਗੀ ਆ, ਉਸ ਤੋਂ ਬਾਅਦ ਉਹਨਾਂ ਨੇ ਫਿਨਿਸ਼ ਕੀਤੀ ਉਸ ਦੇ ਲਗਭਗ ਤੋਂ ਮਿਲੀ। ਤੇ ਉਹਨਾਂ ਨੇ ਬੇਰਵਾ ਵੀ ਕੀਤਾ ਕਿ ਮੈਨੂੰ ਕਿਸੇ ਸੱਜਣ ਨੇ ਭਗਤ ਸਿੰਘ ਜੀ ਤੇ ਗੱਲ ਜਾਰੀ ਰਹਿ ਗਈ। ਕਾਲ ਲੈ ਲਈਏ। ਜੈ ਗੁਰਦੇਵ ਜੈ ਭੀਮ ਜੀ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਖਾਲਸਾ ਫਤਿਹ ਜੀ। ਮੈਂ ਤਾਂ ਭਾਈ ਸਾਹਿਬ ਉੱਤੇ ਬੇਨਤੀ ਕਰਨੀ ਥੋੜੀ ਜਿਹੀ, ਜਿੱਦਾਂ ਭਗਤ ਸਿੰਘ ਬਾਰੇ ਆ ਜੀ ਜਿਹੜੇ ਵਿਚਾਰ ਚੱਲਦੇ ਬਹੁਤ ਵਧੀਆ ਆ। ਜਿੱਦਾਂ ਉਹ ਭਗਤ ਸਿੰਘ ਜੀ ਜਿਹੜੇ ਨਾਸਤਕ ਹੋ ਗਏ ਸੀਗੇ ਪਰ ਅਖੀਰ ਜਿਹਾ ਤੇ ਜਦ ਕਹਿਣਾ ਉਹਨਾਂ ਨੂੰ ਫਾਂਸੀ ਦੇ ਲੱਗਣ ਦਾ ਵੇਲਾ ਆਇਆ ਸੀ, ਉਦੋਂ ਭਾਈ ਰਣਧੀਰ ਸਿੰਘ ਜੀ ਜੇਲ੍ਹ ਤੋਂ ਬਾਹਰ ਆ ਰਿਹਾ ਸੀ ਤਾਂ ਭਗਤ ਸਿੰਘ ਇੱਛਾ ਜ਼ਾਹਰ ਕੀਤੀ ਸੀ ਕਿ ਮੈਂ ਭਾਈ ਰਣਧੀਰ ਸਿੰਘ ਨੂੰ ਮਿਲਣਾ ਚਾਹੁੰਦਾ ਜੀ, ਕਿਉਂਕਿ ਭਾਈ ਰਣਧੀਰ ਸਿੰਘ ਜੀ ਵੀ ਬੜੇ ਯੋਧੇ ਔਰ ਉੱਥੇ ਪਤਾ ਨਹੀਂ ਕਿੰਨੇ 18 ਖੜਿਆ ਕਿੰਨੇ 16 ਸਾਲਾਂ ਤੋਂ ਜੇਲ੍ਹ ਵਿੱਚ ਗਏ, ਉਹ ਆਉਣ ਲੱਗੇ ਜੀ। ਭਗਤਾਂ ਨਾਲ ਉਹਨਾਂ ਦੀ ਵਿਚਾਰ ਹੋਈ ਤਾਂ ਭਗਤ ਉਹਨੂੰ ਕਹਿਣ ਲੱਗੇ ਵੀ ਜਦ ਮੈਨੂੰ ਇਹ ਫਾਂਸੀ ਦੇ ਦੋਗੇ ਇਸ ਤੋਂ ਬਾਅਦ ਮੈਂ ਖਤਮ ਹੋ ਜਾਊਂਗਾ ਬਿਲਕੁਲ, ਤੇ ਮੇਰਾ ਬਸ ਫਿਰ ਤੇ ਫਿਨਿਸ਼ ਆ ਕੰਮ। ਉਹ ਕਹਿੰਦੇ ਭਾਈ ਰਣਧੀਰ ਸਿੰਘ ਜੀ ਨਹੀਂ, ਕਹਿੰਦੇ ਤੂੰ ਸਰੀਰ ਨਹੀਂ ਹੈਗਾ ਕੋਈ ਵੀ, ਆਪਾਂ ਸਰੀਰ ਨਹੀਂ, ਕਹਿੰਦੇ ਆਪਾਂ ਆਤਮਾ ਹੈ, ਤੇਰਾ ਸਰੀਰ ਮਰੂਗਾ ਆਤਮਾ ਨਹੀਂ ਮਰਨੀ, ਤੂੰ ਮੁੜ ਕੇ ਜਨਮ ਲਊਂਗਾ। ਉਹ ਜਿਹੜੀ ਗੱਲ ਸੀਗੀ ਉਸ ਤੋਂ ਪ੍ਰੇਰਿਤ ਹੋ ਕੇ ਭਗਤ ਸੋਹਣ ਮੁੜ ਕੇ ਗੁਰਸਿੱਖੀ ਵੱਲ ਨੂੰ ਆਪਣਾ ਪੈਰ ਵਧਾਇਆ ਤੇ ਉਹ ਗੁਰਸਿੱਖੀ ਵੱਲ ਨੂੰ ਤੁਰਿਆ ਸੀ, ਮੁੜ ਕੇ ਆਸਤਕ ਬਣ ਗਿਆ ਸੀਗਾ। ਇਹ ਨਿਸ਼ਾਨੀ ਉਹਦੇ ਕੇਸਾਂ ਦੀ ਆ, ਦਾੜੀ ਦੀ ਆ, ਸਾਫ ਸੂਰਤ ਦੀ ਆ। ਬਿਲਕੁਲ ਉਹ ਸਿੱਖੀ ਵੱਲ ਨੂੰ ਆ ਗਿਆ ਸੀ, ਕਿਉਂਕਿ ਉਹ ਥੋੜਾ ਜਿਹਾ ਇੱਦਾਂ ਹੀ ਕਹਿ ਲਓ ਕਈ ਵਜ੍ਹਾ ਹੁੰਦੀਆਂ ਆ ਬਈ, ਜਿੱਦਾਂ ਵੀ ਹੁਣ ਉਹ ਪਹਿਲੇ ਮੈਂਸ਼ਨ ਕਰਨੀਆਂ ਦੂਸਰੇ ਪਾਸੇ ਨੂੰ ਹੋ ਗਿਆ ਸੀ, ਉਹ ਬਾਅਦ ਸਿੱਖੀ ਵੱਲ ਨੂੰ ਆ ਗਿਆ ਸੀਗਾ। ਮੈਂ ਇਹ ਵਿਚਾਰ ਦੇਣੀ ਆ ਜੀ, ਭੁੱਲ ਚੁੱਕ ਦੀ ਕਰਨਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਪਿਆਰੇ ਦਰਸ਼ਕੋ, ਅਸੀਂ ਹੁਣ ਉਹਨਾਂ ਦੇ ਅਖੀਰਲੇ ਟਾਈਮ ਦੀ ਗੱਲ ਕਰੀਏ, ਅਸੀਂ ਅਗਲੇ ਸਟੈਪ ਤੇ ਜਾਣਾ। ਅਖੀਰਲੀ ਉਹਨਾਂ ਦੀ ਕਿਤਾਬ ਦੀ ਗੱਲ ਕਰੋ, ਉਹਦੇ 'ਚ ਆਪੇ ਕਲੀਅਰ ਹੋ ਜਾਣਾ ਸਰ। ਹਾਂਜੀ, ਮੈਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਉਹਨਾਂ ਦੀ ਆਪਣੀ ਲਿਖੀ ਡੇਟਡ ਕਿਤਾਬਾਂ ਨੇ, ਇਤਿਹਾਸ ਸਾਹਮਣੇ ਆ। ਤੇ ਜਿਹੜਾ ਕਿ ਦੱਸਿਆ, ਜਿਹੜੀ ਫੋਟੋ ਆਪਾਂ ਪਹਿਲਾਂ ਦਿਖਾਈ ਆ, ਉਹ ਫੋਟੋ ਨੂੰ 1931 ਨਾਲ ਮਨਾਉਂਦੇ ਆ, 23 ਮਾਰਚ ਤੋਂ ਪਹਿਲਾਂ ਦਿਖਾਉਂਦੇ ਆ। ਇਹ ਬਿਲਕੁਲ ਝੂਠ ਆ ਵੀਰ ਜੀ। ਫਿਰ ਜੇ ਤੁਹਾਡੀ ਗੱਲ ਸਹੀ ਹੈ, ਤੁਸੀਂ ਆਪਣੀ ਜਗ੍ਹਾ ਤੇ ਖੜੇ ਹੋ, ਤੇ ਮੈਂ ਕਹੂੰਗਾ ਵੀ ਭਗਤ ਸਿੰਘ ਤਾਂ ਫਿਰ ਡਰਪੋਕ ਸੀ। ਕੀ ਕਹੋਗੇ ਤੁਸੀਂ? ਨਹੀਂ, ਉਹ ਕਾਲ ਕੱਟੀ ਗਈ। ਤੁਸੀਂ ਆਪਾਂ ਇਹ ਕਹਾਂਗੇ ਨਹੀਂ, ਇਦਾਂ ਨਾ ਨਿਬੇੜੋ। ਤੁਸੀਂ ਐਂਡ ਤੇ ਉਹਨਾਂ ਨੇ ਇੱਕ ਬੁੱਕ ਮੰਗੀ ਆ, ਔਰ ਬੁੱਕ ਕਿਹੜੀ ਸੀ ਉਹ ਦਿਖਾਲ ਕੇ ਤਾਂ ਆਪਾਂ ਗੱਲ ਫਿਨਿਸ਼। ਹਾਂਜੀ, ਆਪਣੇ ਸਾਰਿਆਂ ਨੂੰ ਪਤਾ, ਇਤਿਹਾਸ ਗਵਾਹ ਆ, ਜਦੋਂ ਉਹਨੂੰ ਜੇਲਰ ਲੈਣ ਆਇਆ ਭਗਤ ਸਿੰਘ ਨੂੰ ਅਖੀਰਲੀ ਵਾਰੀ ਜਾਣ ਤੋਂ ਪਹਿਲਾਂ ਤਾਂ ਭਗਤ ਸਿੰਘ ਹੁਣੀ ਇੱਕ ਕਿਤਾਬ ਪੜ੍ਹਦੇ ਪਏ ਸੀਗੇ,
ਤਾਂ ਉਸ ਨੇ ਉਹ ਕਿਤਾਬ ਦਾ ਜਦੋਂ ਉਹਨੂੰ ਕਿਹਾ ਵੀ ਜੈਲਰ ਨੇ ਆ ਜਾ, ਕਹਿੰਦਾ 1 ਮਿੰਟ ਠਹਿਰ ਜਾ, ਮੈਨੂੰ ਕਹਿੰਦਾ ਇੱਕ ਇਨਕਲਾਬੀ ਨੂੰ ਮਿਲਦਾ ਪਿਆ, ਤਾਂ ਇੱਕ ਕਿਤਾਬ ਪੜ੍ਹਦਾ ਪਿਆ ਸੀਗਾ। ਉਹ ਕਿਤਾਬ ਸੀਗੀਆਂ ਲੈਨਨ ਦੀਆਂ ਯਾਦਾਂ। ਇੱਕ ਕਲਾਰਾ ਜੈਕਟਿਨ ਜਰਮਨ ਸਮਾਜਵਾਦੀ ਔਰਤ ਹੋਈ ਆ, ਜਿਹੜੀ ਉਹ ਕਿਤਾਬ ਸੀ ਉਸ ਟਾਈਮ ਦਾ ਉਹਦਾ ਓਰੀਜਨਲ ਜਿਹੜਾ ਫੇਸਬੁੱਕ ਸੀਗਾ, ਜਿਹੜਾ ਉਹਦਾ ਪਹਿਲਾ ਫਰੰਟ ਸੀਗਾ ਪੇਜ ਉਹਦਾ ਆਹ ਸੀ ਵੀਰ ਜੀ ਮੇਰੇ, ਵੀ ਇਹਦਾ ਪੇਜ ਉਹਨੇ ਮੋੜ ਕੇ ਰੱਖਿਆ ਸੀ ਭਗਤ ਸਿੰਘ ਨੇ, ਅਖੀਰਲਾ ਇੱਕ ਪੇਜ ਉੱਥੇ ਜਿੱਥੋਂ ਛੱਡਿਆ ਸੀਗਾ ਵੀ ਇਸ ਤੋਂ ਅੱਗੇ ਮੇਰੇ ਆਉਣ ਵਾਲੇ ਨੌਜਵਾਨ ਪੜ੍ਹਨਗੇ। ਜਿਸ ਦਿਨ ਉਹਨਾਂ ਨੂੰ ਫਾਂਸੀ ਹੋਣੀ ਸੀ ਉਸ ਤੋਂ ਪਹਿਲਾਂ ਉਹ ਆਪ ਪੜ੍ਹ ਰਹੇ ਸੀ, ਕੁਝ ਮਿੰਟ ਪਹਿਲਾਂ ਦੀ ਗੱਲ ਹੈ ਤੇ ਨਹੀਂ ਉਸ ਦਿਨ ਉਦੋਂ ਵੀ ਪੜ੍ਹਦਾ ਪਿਆ ਸੀ, ਇਹਦਾ ਪੇਜ ਮੋੜ ਕੇ ਗਏ ਸੀ ਉਹ। ਪਿਆਰੇ ਦਰਸ਼ਕੋ, ਪ੍ਰੋਗਰਾਮ ਅੱਜ ਭਗਤ ਸਿੰਘ ਬਾਰੇ ਨਹੀਂ ਹੈ, ਭਗਤ ਸਿੰਘ ਜੀ ਦੇ ਨਾਲ ਸੰਬੰਧਿਤ ਦਿਨ ਗੁਜ਼ਰ ਕੇ ਗਏ ਉਹਨਾਂ ਬਾਰੇ ਅਸੀਂ ਚਰਚਾ ਕੀਤੀ ਹੈ। ਤੁਹਾਡੇ ਨਾਲ ਵਾਅਦਾ ਰਹਿ ਗਿਆ ਉਹਨਾਂ ਦੇ ਜਨਮ ਦਿਨ ਤੇ ਜਾਂ ਡੈਥ ਤੇ ਅਸੀਂ ਆਪਣੇ ਪ੍ਰੋਗਰਾਮ ਇੱਕ ਸੈਕਿੰਡ ਦੀ ਇਜਾਜ਼ਤ ਹੋਣੀ ਚਾਹੀਦੀ ਆ। ਹਾਂਜੀ, ਜਿਸ ਤਰ੍ਹਾਂ ਮੇਰੇ ਵੀਰ ਅਸੀਂ ਕੋਈ ਉਹਨੂੰ ਹਿੰਦੂ ਬਣਾਉਣਾ ਚਾਹੁੰਦਾ, ਕੋਈ ਕੁਛ ਸਿੱਖ ਬਣਾਉਣਾ ਚਾਹੁੰਦਾ। ਆਪਾਂ ਨੇ ਬਹੁਤਿਆਂ ਨੂੰ ਸੁਣਿਆ ਹੋਊਗਾ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਵੈਲੈਂਟਾਈਨ ਡੇ ਦੇ ਉੱਤੇ ਹਿੰਦੂਵਾਦੀਆਂ ਨੇ ਕੀ ਕੀਤਾ, ਲੋਕ ਨੇੜੇ ਬੱਚੇ ਸਾਡੇ ਇਕੱਠੇ ਹੋ ਕੇ ਮਿਲਦੇ ਜੁਲਦੇ ਨੇ ਉਸ ਦਿਨ ਦੇ ਉੱਤੇ ਉਹਨਾਂ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਸੀ ਕਿ ਤੁਸੀਂ ਇਸ ਦਿਨ 'ਤੇ ਨਹੀਂ ਮਿਲ ਸਕਦੇ। ਇਸ ਦਿਨ ਤਾਂ ਭਗਤ ਸਿੰਘ ਉਹਨਾਂ ਦੇ ਫਾਂਸੀ ਦੇ ਹੁਕਮ ਹੋਏ ਸੀ, ਵੀ ਟੋਟਲੀ ਗਲਤ ਗੱਲ ਹੈਗੀ ਆ। ਜਿਹੜੀ ਭਗਤ ਸਿੰਘ ਦੇ ਜਿਹੜੇ ਫਾਂਸੀ ਦੇ ਹੁਕਮ ਹੋਏ ਸੀਗੇ ਉਹ 7 ਅਕਤੂਬਰ 1930 ਨੂੰ ਹੋਏ ਸੀ, ਨਾ ਕਿ 14 ਫਰਵਰੀ ਵਾਲੇ ਦਿਨ ਹੋਏ ਸੀ। 14 ਫਰਵਰੀ ਨੂੰ ਵੈਲੈਂਟਾਈਨ ਡੇ ਹੁੰਦਾ, ਪਰ ਜਿਹੜਾ ਉਹਨਾਂ ਦਾ ਹੁਕਮ ਸੀ, ਜਿਹੜਾ ਉਹਨਾਂ ਦਾ ਅਕਤੂਬਰ ਦੇ ਵਿੱਚ ਉਹਨਾਂ ਨੂੰ ਫਾਂਸੀ ਦਾ ਹੁਕਮ ਆਇਆ ਸੀ। ਸੋ ਹਰ ਕੋਈ ਚਾਹੁੰਦਾ ਕਿ ਉਹ ਆਪਣੇ ਨਾਲ ਭਗਤ ਸਿੰਘ ਨੂੰ ਉਹਨਾਂ ਦਾ ਮਿਸਯੂਜ਼, ਉਹਨਾਂ ਦਾ ਕਰੈਕਟਰ ਅਸੈਸੀਨੇਟ ਕਰਨਾ ਚਾਹੁੰਦਾ ਆ। ਬਹੁਤ ਮਿਹਰਬਾਨੀ ਜੀ। ਪਿਆਰੇ ਦਰਸ਼ਕੋ, ਅਸੀਂ ਪਹਿਲਾਂ ਬੇਨਤੀ ਕੀਤੀ, ਪਹਿਲਾਂ ਤਾਂ ਇਹ ਮੰਨ ਕੇ ਚੱਲੋ ਕਿ ਸਾਡਾ ਇਹ ਪ੍ਰੋਗਰਾਮ ਧਾਰਮਿਕ ਨਹੀਂ ਹੈ, ਕਿਸੇ ਧਰਮ ਨਾਲ ਸੰਬੰਧਿਤ ਨਹੀਂ ਹੁੰਦਾ। ਹਾਂ, ਜਿਹੜੇ ਵੀ ਮਹਾਂਪੁਰਸ਼ ਦੀ ਕੋਈ ਚੰਗੀ ਗੱਲ ਲੱਗੇ ਉਹ ਅਸੀਂ ਇੱਥੇ ਕੋਟ ਕਰਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੋਵੇ, ਗੁਰੂ ਨਾਨਕ ਜੀ ਹੋਵੇ, ਫਰੀਦ ਜੀ ਦੀ ਹੋਵੇ, ਗੁਰੂ ਰਵਿਦਾਸ ਮਹਾਰਾਜ ਦੀ ਹੋਵੇ, ਬੁੱਧ ਦੀ ਹੋਵੇ, ਕਿਸੇ ਵੀ ਮਹਾਂਪੁਰਸ਼ ਦੀ ਗੱਲ ਕੋਟ ਕਰਦੀ ਹੋਈ ਅਸੀਂ ਉਹ ਕਵਾਂਗੇ। ਸਾਡਾ ਧਰਮ ਨੂੰ, ਕਿਸੇ ਵੀ ਧਰਮ ਨੂੰ ਫੈਲਾਉਣਾ ਜਾਂ ਘਟਾਉਣ ਦਾ ਸਾਡਾ ਮਨਸਾ ਨਹੀਂ ਹੈਗਾ। ਪਰ ਇਹ ਗੱਲ ਸੱਚ ਹੈ ਕਿ ਸ਼ਾਇਦ ਜੇਲ੍ਹ ਦੇ ਵਿੱਚ, ਕਿਉਂਕਿ ਅਸੀਂ ਉਹਦੇ ਬਾਰੇ ਪ੍ਰੋਗਰਾਮ ਨਹੀਂ ਸੀ, ਅਸੀਂ ਵਾਲਾ ਪੜ੍ਹਿਆ ਨਹੀਂ, ਮੈਂ ਤਾਂ ਪੜ੍ਹਿਆ ਨਹੀਂ, ਇਹ ਕਰ ਆਏ ਨੇ ਜਿੰਨਾ ਕੁਛ, ਅਤੇ ਉਹਨੂੰ ਆਪਣੇ ਸਵੀਕਾਰੋ। ਇੰਨੀ ਗੱਲ ਦਾ ਪਤਾ ਵੀ ਸ਼ਾਇਦ ਉਹਨਾਂ ਨੇ ਜੇਲ੍ਹ ਦੇ ਵਿੱਚ ਕਿਸੇ ਕੋਲੋਂ ਲੇਲਨ ਦੀ ਕਿਤਾਬ ਮੰਗਾਈ ਸੀ ਔਰ ਕਿਹਾ ਉਹ ਆਪਣੀ ਇੱਛਾ, ਆਖਰੀ ਇੱਛਾ ਜ਼ਾਹਰ ਕੀਤੀ ਵੀ ਮੈਨੂੰ ਲੇਲਨ ਦੀ ਕਿਤਾਬ ਦਿੱਤੀ ਜਾਵੇ। ਉਹ ਲੈਨਨ ਜਿਹੜਾ ਆ ਉਹਨਾਂ ਨੂੰ ਪੜ੍ਹਿਆ ਗਿਆ, ਉਹਨਾਂ ਨੂੰ ਪਹਿਲਾਂ ਆ ਗਿਆ ਫਾਂਸੀ ਦਾ ਇੱਕ ਦਿਨ ਹੁਕਮ ਵੀ ਤੈਨੂੰ ਪਹਿਲਾਂ ਫਾਂਸੀ ਦਿੱਤੀ ਜਾ ਰਹੀ ਟਾਈਮ ਤੋਂ, ਤਾਂ ਉਹਨੇ ਉਹਨਾਂ ਦੇ ਅਖੀਰਲੇ ਸ਼ਬਦ ਸ਼ਾਇਦ ਇਹ ਹੋਣਗੇ, ਮੈਂ ਉੱਥੇ ਨਹੀਂ ਸੀ, ਕਿਹਾ ਵੀ ਮੈਨੂੰ ਪਤਾ ਸੀ ਵੀ ਇਹਨਾਂ ਨੇ ਮੈਨੂੰ ਇਹ ਵੀ ਪੜ੍ਹਨ ਨਹੀਂ ਦੇਣੀ, ਤਾਂ ਉਹਦਾ ਪਰਚਾ ਮੋੜ ਕੇ ਲੈਨਨ ਦੀ ਕਿਤਾਬ ਦਾ ਉਹ ਰੱਖ ਦਿੱਤਾ, ਜਿਹੜੀ ਤੁਹਾਨੂੰ ਦਿਖਾਲੀ ਆ। ਬਹੁਤ ਵੱਡੀਆਂ ਗੱਲਾਂ ਕਦੇ ਫੇਰ ਕਰਾਂਗੇ। ਸਾਡੇ ਹੁਣੇ ਹੀ ਮੋਗੇ ਦੇ ਵਿੱਚ ਇੱਕ ਹਾਦਸਾ ਵਾਪਰ ਕੇ ਗਿਆ, ਬਹੁਤ ਸਾਰੀਆਂ ਕਾਲਾਂ ਦੀ ਸਾਨੂੰ ਉਮੀਦ ਸੀ, ਉਹ ਆਈ ਵੀ ਨਹੀਂ। ਹਾਦਸਾ ਵਾਪਰ ਕੇ ਗਿਆ ਆ ਕਿ 2 ਕੁੜੀਆਂ ਨੂੰ ਇੱਕ ਉੱਚ ਜਾਤੀ ਦੇ ਵਿਅਕਤੀ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਅਸੀਂ ਇੱਥੇ ਇਸ ਮਸਲੇ ਨੂੰ ਉੱਚ ਜਾਤੀ ਦਾ ਮਸਲਾ ਨਹੀਂ ਸਮਝਦੇ, ਲੇਕਿਨ ਇਹ ਗੱਲਾਂ ਅਫਵਾਹ ਨੇ, ਫੈਲਾ ਰਹੇ ਨੇ ਲੋਕ, ਫੇਸਬੁੱਕ ਦੀਆਂ ਖਬਰਾਂ ਨੇ। ਮੈਂ ਅੱਜ ਜਿਹੜੀ ਗੱਲ ਕਰਨ ਜਾ ਰਿਹਾ ਉਹ ਇਹ ਨਹੀਂ ਕਹਿ ਰਿਹਾ ਵੀ ਕਿਸੇ ਉੱਚ ਜਾਤੀ ਵਾਲੇ ਨੇ ਨੀਵੀਂ ਜਾਤ ਨੂੰ ਜਾਂ ਕਿਸੇ ਨੂੰ ਗੋਲੀ ਮਾਰੀ ਆ ਔਰ ਮਰਡਰ ਹੋਇਆ ਆ। ਉੱਥੋਂ ਦੀ ਜਿਹੜੀ ਪਿੰਡ ਦੀ ਕੁਛ ਹੁਣ ਆਉਂਦੇ ਉੱਥੇ ਉੱਚ ਜਾਤੀ, ਕੁਛ ਉੱਚ ਜਾਤੀ ਦੇ ਲੋਕ ਆ, ਉਹ ਫੇਸਬੁੱਕ 'ਤੇ ਬਾਰ-ਬਾਰ ਇਹ ਗੱਲ ਕਹਿ ਰਹੇ ਕਿ ਮੁੰਡਾ ਤਾਂ ਬਹੁਤ ਚੰਗਾ ਆ, ਮੁੰਡਾ ਤਾਂ ਇਹ ਤਾਂ ਕਰ ਹੀ ਨਹੀਂ ਸਕਦਾ, ਇਹ ਕੁੜੀਆਂ ਨੇ ਉਕਸਾਇਆ ਹੋ। ਭਾਈ ਜੇ ਕੁੜੀਆਂ ਨੇ ਉਕਸਾਇਆ ਤਾਂ ਕੋਰਟ ਕਿੱਥੇ ਆ, ਅਦਾਲਤ ਕਿੱਥੇ ਆ, ਪੁਲਿਸ ਥਾਣਾ ਕਿੱਥੇ, ਉੱਥੇ ਜਾਓ, ਉੱਥੇ ਰਿਪੋਰਟ ਕਰੋ। ਜਦੋਂ ਤੁਸੀਂ ਹਥਿਆਰ ਚੱਕਿਆ, ਤੁਸੀਂ ਗੋਲੀ ਮਾਰੀ, ਇਟ ਮੀਨ ਤੁਸੀਂ ਗੁਨਾਹਗਾਰ ਹੋ। ਸੋ ਤੁਸੀਂ ਗੋਲੀ ਮਾਰੀ ਆ। ਸਾਡਾ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ ਵੀ ਕੁੜੀਆਂ ਠੀਕ ਸੀ, ਜਾਂ ਇੱਕ ਵਿਅਕਤੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਜਦ ਕੁੜੀਆਂ ਇਕੱਲੀਆਂ ਘਰ ਰਹਿਣਗੀਆਂ, ਦੂਰ ਰਹਿਣਗੇ ਮਾਪੇ, ਤਾਂ ਫਿਰ ਇਹੀ ਕੁਛ ਹੋਣਾ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਤੁਸੀਂ 10,000 ਮੀਲ ਭੇਜਦੇ ਆਪਣੀਆਂ ਕੁੜੀਆਂ ਨੂੰ, ਇੱਥੇ ਰਹਿੰਦੀਆਂ ਉਹ ਐਡੀ ਜੋ ਮਰਜ਼ੀ ਕਰੀ ਜਾਣ। ਬਹੁਤ ਗੱਲ ਸਹੀ। ਲਗਾਮ ਦਿਓ ਆਪਣੀ ਜ਼ੁਬਾਨ ਨੂੰ, ਸ਼ਰਮ ਕਰਿਆ ਕਰੋ ਥੋੜ੍ਹੀ ਬਹੁਤੀ। ਲੱਖ ਦੀ ਲਾਹਨਤ ਤੁਹਾਡੇ ਤੇ, ਬੋਲਣ ਲੱਗੇ ਕੋਈ ਸੋਚਿਆ ਕਰੋ। ਆਪਣੀਆਂ ਧੀਆਂ ਭੈਣਾਂ ਵੀ ਦੇਖਿਆ ਕਰੋ, ਦੂਜੇ ਤੇ ਬਕਵਾਸ ਕਰਨ ਲੱਗ ਪੈਂਦੇ ਆ। ਜੇਕਰ ਕੁੜੀਆਂ ਗਲਤ, ਮੈਂ ਮੰਨ ਸਕਦਾ ਵੀ ਹੋ ਸਕਦਾ, ਲੇਕਿਨ ਅਟੈਕ ਕਰਨਾ, ਉਹ ਮਾਰ ਦੇਣਾ, ਉਹ ਦੋਸ਼ੀ ਆ, ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ। ਜੈ ਗੁਰਦੇਵ ਜੈ ਭੀਮ ਜੀ। ਹਾਂਜੀ, ਜੈ ਗੁਰਦੇਵ ਜੈ ਭੀਮ ਜੀ। ਜੀ ਸਰ, ਲੇਟ ਹੋ ਗਏ, ਚਲੋ ਚੰਗੇ ਤੇ ਆਏ, ਐਸੇ ਵਿਸ਼ੇ ਤੇ ਗੱਲ ਕਰ ਲਓ। ਬਹੁਤ ਮਿਹਰਬਾਨੀ। ਮੇਰੇ ਦੋਨਾਂ ਵੀਰਾਂ ਨੂੰ, ਕੁਲਵੰਤ ਜੀ ਭਗਵੰਤ ਜੀ ਨੂੰ ਵੀ ਬਹੁਤ ਸਤਿਕਾਰ ਸਹਿਤ ਜੈ ਗੁਰਦੇਵ ਜੈ ਭੀਮ ਜੀ ਜੀ। ਔਰ ਕਾਂਚੀ ਟੀਵੀ ਦੇ ਦਰਸ਼ਕਾਂ ਨੂੰ ਵੀ ਬਹੁਤ ਪਿਆਰ ਸਤਿਕਾਰ ਸਹਿਤ ਜੈ ਭੀਮ ਜੀ। ਔਰ ਜਿਹੜਾ ਵਿਸ਼ਾ ਤੁਸੀਂ ਟੱਚ ਕਰ ਰਹੇ ਹੋ ਚਾਲ ਸਾਹਿਬ, ਅੱਜ ਚੰਗਾ ਹੈਗਾ ਆ, ਸਾਰੇ ਵਿਸ਼ੇ ਸ਼ਲਾਘਾਯੋਗ ਆ। ਸ਼ਹੀਦ ਭਗਤ ਸਿੰਘ ਜੀ ਦਾ ਜ਼ਿਕਰ ਹੋਣਾ ਬਹੁਤ ਜ਼ਰੂਰੀ ਸੀਗਾ। 23 ਮਾਰਚ ਲੰਘ ਕੇ ਗਿਆ ਹੈਗਾ ਆ।
ਜਿਹੜਾ ਤੁਸੀਂ ਹੁਣ ਵਿਸ਼ਾ ਟੱਚ ਕੀਤਾ ਹੈਗਾ, 2 ਸਕੀਆਂ ਭੈਣਾਂ ਸਾਡੇ ਪੰਜਾਬ ਦੇ ਵਿੱਚ ਮਰਡਰ ਕੀਤਾ ਗਿਆ, ਕਤਲ ਹੋਇਆ ਜੀ। ਦੇਸ਼ ਦੀ, ਸਾਡੇ ਪੰਜਾਬ ਦੀ ਦਸ਼ਾ ਜਿਹੜੀ ਹੈ, ਜੇ ਮੈਂ ਦੂਸਰੇ ਪਾਸਿਓਂ ਸਿੱਧੇ ਤੌਰ ਤੇ ਗੱਲ ਕਰਾਂ ਜੀ, ਜੋ ਪੂਰੇ ਦੇਸ਼ ਭਾਰਤ ਦੇ ਵਿੱਚ ਹਿੰਦੂਵਾਦ ਮਨੂਵਾਦ ਦੀ ਪ੍ਰਥਾ ਪ੍ਰਬਲ ਹੋ ਰਹੀ ਹੈ, ਪੰਜਾਬ ਦੇ ਵਿੱਚ ਵੀ ਉਹਦਾ ਪੂਰਾ ਅਸਰ ਦਿਖ ਰਿਹਾ ਹੈ ਜੀ। ਜਿਹੜਾ ਜਾਤੀਵਾਦ ਦਾ ਕੋੜ ਜਾਂ ਜਿਹੜਾ ਊਚ ਨੀਚ ਦਾ ਕੋੜ ਜਾਂ ਜਿਹੜਾ ਮਨੂਵਾਦੀ ਪ੍ਰਥਾ ਦਾ ਕੋੜ ਪੂਰੇ ਦੇਸ਼ ਵਿੱਚ RSS ਦੀ ਜ਼ਰੀਏ BJP ਪਨਪ ਰਹੀ ਹੈ, ਉਹਦਾ ਇਹ ਜੋ ਮੋਗਾ ਸ਼ੇਖੂ ਖੁਰਦ ਦੇ ਵਿੱਚ ਕਾਂਡ ਹੋਇਆ, ਇਹ ਸਾਰਾ ਉਸ ਦਾ ਹੀ ਰਿਜ਼ਲਟ ਹੈ ਜੀ। ਇੱਕ ਕਾਂਗਰਸੀ ਸਰਪੰਚ ਦੇ ਮੁੰਡੇ ਨੇ ਜਿਹੜਾ ਖੁਦ ਵਿਆਹਿਆ ਹੋਇਆ, ਉਹਦਾ ਇੱਕ ਬੱਚਾ ਵੀ ਹੈ, ਜਿਹੜੇ ਲੋਕ ਕਿਸੇ ਤਰ੍ਹਾਂ ਦੀਆਂ ਭਰਮਾਂ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਗੱਲਾਂ ਦੱਸ ਰਹੇ ਆ ਨਾ ਜੀ, ਕਿ ਉਹਨਾਂ ਬੱਚੀਆਂ ਦੇ ਕਰੈਕਟਰ ਤੇ ਧੱਬਾ ਸੀ ਜਾਂ ਉਹਨਾਂ ਬੱਚੀਆਂ ਦੇ ਕਰੈਕਟਰ ਤੇ ਗੱਲਾਂ ਕੀਤੀਆਂ ਜਾ ਰਹੀਆਂ। ਉਹ ਲੋਗੋ ਭਲੇ ਮਾਨਸੋ, ਉਹ ਮੁੰਡਾ ਵੀ ਵਿਆਹਿਆ ਸੀ, ਉਹਦੇ ਇੱਕ ਬੱਚਾ ਵੀ ਸੀ ਜੀ, ਤੇ ਉਹਨੇ 2 ਸਕੀਆਂ ਭੈਣਾਂ ਨੂੰ ਗੋਲੀ ਮਾਰੀ ਹੈ ਜੀ, ਔਰ ਉਹਨਾਂ ਨੂੰ ਸ਼ਰੇਆਮ ਗੋਲੀ ਮਾਰ ਕੇ ਮਾਰਿਆ ਜੀ। ਜੇ ਤਾਂ ਇਹ ਕਿਸੇ, ਹੁਣ ਮੈਂ ਦੂਸਰੇ ਪਾਸਿਓਂ ਮਨੂਵਾਦੀ ਵਿਵਸਥਾ ਦੇ ਸ਼ਿਕਾਰ ਹੋਏ ਸਮਾਜ ਦੀ ਗੱਲ ਕਰਾਂ, ਜੇ ਇਹ ਕਿਸੇ ਉੱਚ ਜਾਤੀ ਸਮਾਜ ਦੀਆਂ ਬੱਚੀਆਂ ਹੁੰਦੀਆਂ ਤਾਂ ਲੋਕਾਂ ਨੇ ਸ਼ਰੇਆਮ ਮੋਮਬੱਤੀਆਂ ਲੈ ਕੇ ਸੜਕਾਂ ਜਾਮ ਲਾਉਣੀਆਂ ਸੀ, ਬਿਲਕੁਲ, ਜਿਵੇਂ ਦਿੱਲੀ ਦੇ ਵਿੱਚ ਨਿਰਭਇਆ ਕਾਂਡ ਹੋਇਆ ਸੀ ਜੀ। ਇੱਦਾਂ ਸ਼ਰੇਆਮ ਰੋਜ਼ ਨਿੱਤ ਦਿਹਾੜੇ ਪੂਰੇ ਦੇਸ਼ ਵਿੱਚ ਪਤਾ ਨਹੀਂ ਕਿੰਨੀਆਂ ਅਣਗਿਣਤ ਬੱਚੀਆਂ ਨੂੰ ਗੈਂਗ ਰੇਪ ਦੇ ਸ਼ਿਕਾਰ ਹੋਣਾ ਪੈਂਦਾ ਹੈ। ਔਰ ਬੜਾ ਦੁੱਖ ਹੋਇਆ ਕਿ ਸਾਡੇ ਪੰਜਾਬ ਦੇ ਵਿੱਚ ਵੀ ਉਹੋ ਜਿਹੀ ਪ੍ਰਥਾ ਬਹੁਤ ਤੇਜ਼ ਰਫ਼ਤਾਰ ਨਾਲ ਪਣਪ ਰਹੀ ਹੈ। ਕਪੂਰਥਲੇ ਦੇ ਵਿੱਚ ਪਿਛਲੇ 2 ਹਫ਼ਤੇ ਪਹਿਲਾਂ 7 ਸਾਲ ਦੀ ਬੱਚੀ ਨਾਲ ਇੱਕ ਐਸਾ ਘਿਨਾਉਣੀ ਹਰਕਤ ਹੋਈ ਹੈ ਜਿਹੜੀ ਮੈਂ TV ਟੈਲੀ ਤੇ ਦੱਸ ਨਹੀਂ ਸਕਦਾ ਜੀ। ਔਰ ਤਾਜ਼ੀ ਘਟਨਾ ਜਿਹੜੀ ਆ ਇਹ ਇੰਨੀ ਭੈੜੀ ਨਿੰਦਣਯੋਗ ਹੈ, ਪੂਰੇ ਪੰਜਾਬ ਨੂੰ ਸ਼ਰਮਸ਼ਾਰ ਕੀਤਾ ਇਸ ਘਟਨਾ ਨੇ ਜੀ। ਜਿੱਥੇ ਗੁਰੂ ਮਹਾਰਾਜ ਨੇ ਸੰਦੇਸ਼ ਦਿੱਤਾ, ਸੋ ਕਿਉ ਮੰਦਾ ਆਖੇ ਜਿੱਤ ਜੰਮੇ ਰਾਜਾਨ, ਉਸੇ ਪੰਜਾਬ ਦੇ ਵਿੱਚ ਜਿਹਨੂੰ ਅਸੀਂ ਗੁਰੂਆਂ ਦੀ ਪੀਰਾਂ ਦੀ ਇੱਕ ਪ੍ਰਬਲ ਚਰਨ ਛੋਹ ਪ੍ਰਾਪਤ ਧਰਤੀ ਦਾ ਸਨਮਾਨ ਬਖਸ਼ਦੇ ਹਾਂ ਔਰ ਹੈਗਾ ਵੀ, ਔਰ ਉਸੇ ਸਮਾਜ ਦੇ ਇੱਕ ਅੰਸ਼ ਨੇ ਜਿਹੜਾ ਆਪਣੇ ਆਪ ਨੂੰ ਸਿੱਖ ਧਰਮ ਦਾ ਠੇਕੇਦਾਰ ਬਣਾ ਕੇ ਬੈਠਾ ਹੈ ਜੀ, ਉਹਨੇ 2 ਬੱਚੀਆਂ ਦੇ ਜਵਾਨ ਧੀਆਂ ਦੇ ਗੋਲੀਆਂ ਮਾਰ ਦਿੱਤਾ ਜੀ। ਔਰ ਮੈਂ ਦੂਸਰੇ ਪਾਸਿਓਂ ਗੱਲ ਕਰਾਂ ਤਾਂ ਕਿਸੇ ਵੀ ਉੱਚ ਜਾਤੀ ਦੇ ਅੱਜ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਵੀ ਲੱਗਦੇ ਆ ਜੀ। ਕਿਸੇ ਵੀ ਕਿਸਾਨ ਜਥੇਬੰਦੀ ਦੀ ਸਟੇਜ ਤੋਂ ਉਹਨਾਂ ਬੱਚੀਆਂ ਦੇ ਕਤਲ ਹੋਣ ਦਾ ਅਫਸੋਸ ਤੱਕ ਨਹੀਂ ਕੀਤਾ ਗਿਆ ਜੀ। ਇਹ ਵੀ ਦੁੱਖ ਦੀ ਗੱਲ ਹੈ ਜੀ, ਇਹ ਵੀ ਦੁੱਖ ਦੀ ਗੱਲ ਹੈ। ਔਰ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਸਿਵਾਏ ਬਹੁਜਨ ਸਮਾਜ ਪਾਰਟੀ ਤੋਂ, ਸਿਵਾਏ BSP ਤੋਂ ਉਹਨਾਂ ਬੱਚੀਆਂ ਦੇ ਨਾਲ ਅਫਸੋਸ ਤੱਕ ਨਹੀਂ ਕੀਤਾ, ਉਹਨਾਂ ਬੱਚੀਆਂ ਦੇ ਪਰਿਵਾਰ ਨਾਲ ਅਫਸੋਸ। ਬਾਂਸੀ ਜੀ, ਕੁੜੀਆਂ ਹੁਣੇ ਬਾਘਾ ਪੁਰਾਣੇ ਦੇ ਵਿੱਚ ਰੈਲੀ ਹੋ ਕੇ ਹਟੀ ਆ ਆਮ ਆਦਮੀ ਦੀ ਜੀ, ਕਿਸੇ ਦੇ ਮੂੰਹ ਚੋਂ ਆਵਾਜ਼ ਤੱਕ ਨਹੀਂ ਨਿਕਲੀ। ਬਾਂਸੀ ਜੀ, ਕੁੜੀਆਂ 20-22 ਸਾਲ ਦੀਆਂ ਜਿਹਦੇ ਤੇ ਇਲਜ਼ਾਮ ਲਾਇਆ ਗਿਆ ਬਈ ਉਹ ਕੁੜੀ ਜਿਹੜੀ ਆ ਉਹ ਉਹਨਾਂ ਨੂੰ ਬਲੈਕਮੇਲ ਕਰ ਰਹੀ ਸੀ ਤੇ 8 ਲੱਖ ਰੁਪਈਆ ਮੰਗ ਰਹੀ ਸੀ। ਜੇਕਰ ਬਲੈਕਮੇਲ ਇੱਕ ਕੁੜੀ ਕਰ ਰਹੀ ਸੀ ਫਿਰ ਦੋਨੇ ਕਿਉਂ ਮਾਰੀਆਂ? ਤੇ ਪਰ ਜੇ ਬਲੈਕ ਮੇਰੀ ਗੱਲ ਅਧੂਰੀ ਰਹਿ ਜੂਗੀ, ਬਲੈਕਮੇਲ ਕਰਨ ਤੇ ਵੀ ਇੱਕ ਕਾਨੂੰਨ ਆ ਭਾਰਤ ਦੇ ਵਿੱਚ, ਤੁਸੀਂ ਜਾ ਕੇ ਗੋਲੀ ਮਾਰਨ ਨਾਲੋਂ ਜਾ ਕੇ ਦੱਸ ਸਕਦੇ ਆ ਬਈ ਇਹ ਮੈਨੂੰ ਬਲੈਕਮੇਲ ਕਰ ਰਹੀ, ਉਹਨੂੰ ਚੱਕ ਕੇ ਲੈ ਜਾਣਾ ਕਰੋ ਜੀ। ਜਾਲ ਸਾਹਿਬ, ਹਮੇਸ਼ਾ ਮਾੜਾ ਹੀ ਲਤਾੜਿਆ ਜਾਂਦਾ ਜੀ ਜੀ, ਹਮੇਸ਼ਾ ਗਰੀਬ ਨੂੰ ਹੀ ਧੱਕਿਆ ਜਾਂਦਾ ਜੀ। ਇੱਥੇ ਵੀ ਇਹੀ ਕੁਝ ਹੋਇਆ। ਜੇ ਉਹ ਕਿਸੇ ਹੋਰ ਸੋ ਕਾਲਡ ਕਮਿਊਨਿਟੀ ਨਾਲ ਬਿਲੋਂਗ ਕਰਦੀਆਂ ਹੁੰਦੀਆਂ ਬੱਚੀਆਂ ਤਾਂ ਇਹ ਸ਼ਬਦ ਨਹੀਂ ਸੀ ਕਿਸੇ ਨੇ ਯੂਜ਼ ਕਰਨਾ। ਮੈਂ ਲਾਹਨਤ ਪਾਉਣਾ ਉਸ ਸਮਾਜ ਦੇ ਉਹਨਾਂ ਲੋਕਾਂ ਦੇ ਮੂੰਹ ਦੇ ਵਿੱਚ ਜਿਨ੍ਹਾਂ ਨੇ ਇਹੋ ਜਿਹੀਆਂ ਘਟੀਆ ਹਰਕਤਾਂ ਮਰਨ ਤੋਂ ਬਾਅਦ ਵੀ ਉਹਨਾਂ ਬੱਚੀਆਂ ਤੇ ਲਾਈਆਂ। ਤਾਂ ਬਿਲਕੁਲ ਕੁੜੀ ਪੁੱਜਦੇ ਘਰੋਂ ਉਜਲੇ, ਕੁੜੀ ਪੁੱਜਦੇ ਘਰੋਂ ਉਜਲੇ ਤਾਂ ਗੱਲ ਨਹੀਂ ਤੁਰਦੀ, ਗਰੀਬ ਦੀ ਹਰ ਗੱਲ ਹੀ ਤੋਮਤ ਧਰੇਂਦੀ ਏ। ਇਹ ਵੀ ਸੱਚ ਹੈ, ਜੇ ਕਿਤੇ ਮਿੱਟੀ ਟੋਇਆ ਪੱਟਿਆ ਜਾਂਦਾ, ਕਿਤੇ ਕਿਤੇ ਭਰਤੀ ਪੈਂਦੀ ਏ।
ਸੋ ਗਰੀਬ ਆਦਮੀ ਦੀ ਗੱਲ ਨੂੰ ਇੰਨਾ ਉਛਾਲਿਆ ਜਾਂਦਾ ਕਿ ਉਦੋਂ ਤੱਕ ਹੁੰਦੀ ਨਹੀਂ। ਅਮੀਰ ਆਦਮੀ ਦੇ ਲਈ ਮਗਰੋਂ ਕਿਹਾ ਜਾਂਦਾ ਵੀ ਇਹ ਚੰਗਾ ਸੀ, ਇਹ ਚੰਗਾ ਸੀ। ਜੀ ਸੌਰੀ ਤੁਹਾਡੀ ਗੱਲ ਵਿੱਚ ਕਰ। ਅਸੀਂ ਦਿਨ ਰਾਤ ਪ੍ਰਚਾਰ ਕਰ ਰਹੇ ਹਾਂ, ਅਸੀਂ ਦਿਨ ਰਾਤ ਸਾਥ 'ਚ ਲੱਗੇ ਹੋਏ ਹਾਂ ਜੀ। ਜੋ ਸਾਡੇ ਕਿਸਾਨ ਭਾਈਚਾਰੇ ਨਾਲ ਹੋ ਰਿਹਾ, ਜੋ ਸਾਡੇ ਜ਼ਿਮੀਂਦਾਰ ਭਾਈਚਾਰੇ ਨਾਲ ਦੇਸ਼ ਦੀ ਮਨੂਵਾਦੀ ਸਰਕਾਰ ਕਰ ਰਹੀ ਆ 3 ਕਾਲੇ ਕਾਨੂੰਨ ਲਿਆ ਕੇ ਜੀ। ਪਰ ਜਦੋਂ ਪੰਜਾਬ 'ਚ ਝਾਤ ਮਾਰਦੇ ਆ, ਜੋ ਕੁਛ ਸਾਡੇ ਉੱਥੋਂ ਦੇ ਪੰਜਾਬ ਦੇ ਗਰੀਬ ਸਮਾਜ ਨਾਲ ਜਾਂ ਮਨੂਵਾਦੀ ਵਿਵਸਥਾ ਦੇ ਸ਼ਿਕਾਰ ਹੋਏ ਸਮਾਜ ਨਾਲ ਸੋ ਕਾਲਡ ਉੱਚ ਜਾਤੀਆਂ ਕਰ ਰਹੀਆਂ, ਉਹ ਬਰਦਾਸ਼ਤ ਕਰਨ ਦੇ ਲਾਇਕ ਨਹੀਂ ਹੈ। ਕਈ ਵਾਰ ਮੈਂ ਬੰਸੀ ਜੇ ਗੱਲ ਕਰਦਾ ਹੁੰਦਾ ਕਿ ਮੰਗੂ ਆਪਣੇ ਬਾਬੂ ਜਗਜੀਵਨ ਰਾਮ ਕੋਲ ਆਪਣੇ ਇਕੱਠੇ ਹੋ ਕੇ ਲੋਕ ਗਏ, ਕਹਿੰਦੇ ਜੀ ਸਾਡੇ ਨਾਲ ਉੱਚ ਜਾਤੀ ਦੇ ਲੋਕ ਸਾਡੀਆਂ ਔਰਤਾਂ ਨਾਲ ਰੇਪ ਕਰਦੇ ਆ, ਬਲਾਤਕਾਰ ਕਰਦੇ ਆ, ਤਾਂ ਉਹ ਹੱਸਣ ਲੱਗ ਪਏ। ਕਹਿੰਦੇ ਵੀ ਤੁਸੀਂ ਹੱਸਣ ਲੱਗੇ ਸੀ, ਤੁਹਾਨੂੰ ਦੱਸਣ ਡਏ। ਉਹ ਕਹਿੰਦੇ ਚਲੋ ਤੁਹਾਨੂੰ ਅਕਲ ਤਾਂ ਆਈ ਇਸ ਗੱਲ ਦੀ ਵੀ ਰੇਪ ਹੋ ਰਿਹਾ, ਅੱਗੇ ਤਾਂ ਪਹਿਲਾਂ ਤੁਸੀਂ ਹੱਕ ਸਮਝਦੇ ਹੁੰਦੇ ਸੀ ਵੀ ਉਹਨਾਂ ਦਾ ਹੱਕ ਆ ਇਹ। ਅੱਜ ਉਸ ਗੰਦ 'ਚੋਂ ਨਿਕਲ ਕੇ ਅਸੀਂ ਅੱਜ ਜੇ ਇਸ ਲੈਵਲ 'ਤੇ ਪਹੁੰਚੇ ਹਾਂ, ਸਾਡਾ ਮੀਡੀਆ, ਸਾਡੇ ਕੋਲ ਆਪਣੇ ਚੈਨਲ, ਸਾਡੀਆਂ ਆਪਣੀਆਂ ਅਖਬਾਰਾਂ ਨੇ ਇਹ ਦੱਸ ਦਿੱਤਾ ਕਿ ਹੁਣ ਜਿਹੜੀ ਆ ਤੁਹਾਡੀ ਖੈਰ ਨਹੀਂ। ਜੀ ਭਗਵੰਤ ਆਪਣੇ ਬੰਸੀ ਸਾਹਿਬ। ਚੱਲ ਸਾਹਿਬ, ਮਨੂ ਨੇ ਵਿਵਸਥਾ ਕੀਤੀ। ਮਨੂ ਨੇ ਪੰਜਾਬ ਦੇ ਭਾਰਤ ਦੇ ਲੋਕਾਂ ਨੂੰ 4 ਵਰਨ ਵਿਵਸਥਾ ਦੇ ਵਿੱਚ ਵੰਡ ਦਿੱਤਾ ਜੀ। ਅੱਜ ਉਸ ਮਨੂ ਦਾ ਰਾਜ ਲਿਆਉਣਾ ਚਾਹੁੰਦੇ ਆ ਜੀ। ਮੈਂ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਸਾਡੇ ਜੱਟ ਭਾਈਚਾਰੇ ਨੂੰ ਸਵਾਲ ਕਰਨਾ ਚਾਹੁੰਦਾ ਹੈ ਜੀ ਕਿ ਜੱਟ ਭਾਈਚਾਰਾ ਕੀ ਮਨੂ ਦੀ ਬਣਾਈ ਹੋਈ ਵਿਵਸਥਾ ਦੇ ਵਿੱਚ ਬ੍ਰਾਹਮਣ ਵੰਸ਼ ਦੇ ਵਿੱਚ ਆਉਂਦਾ, ਕੀ ਉਹ ਖੱਤਰੀ ਨਹੀਂ, ਜੋ ਸ਼ੂਦਰਾਂ 'ਚ ਆਉਂਦਾ, ਸ਼ੂਦਰਾਂ 'ਚ ਆਉਂਦਾ, ਕੀ ਉਹ ਸ਼ੂਦਰ ਕੁੱਲ 'ਚ ਆਉਂਦਾ ਜਾਂ ਕੀ ਉਹ ਵੈਸ਼ ਦੇ ਵਿੱਚ ਆਉਂਦਾ? ਜਿਹੜੀ ਵਰਨ ਵਿਵਸਥਾ ਦੇ 4 ਉਹਨਾਂ ਨੇ ਪੁੜ ਬਣਾਏ ਆ, ਕੀ ਉਹਨਾਂ 'ਚੋਂ ਕਿਸੇ 'ਚ ਪਹਿਲੇ 3 'ਚ ਆਉਂਦਾ? ਨਹੀਂ, ਜੇ ਪਹਿਲੇ 3 'ਚ ਨਹੀਂ ਆਉਂਦਾ ਬ੍ਰਾਹਮਣ, ਵੈਸ਼ ਤੇ ਖੱਤਰੀ ਦੇ ਵਿੱਚ, ਤਾਂ ਫਿਰ ਚੌਥਾ ਪਰਨ ਰਹਿ ਗਿਆ ਜਿਹਦਾ ਨਾਂ ਸ਼ੂਦਰ ਹੈ। ਪਰ ਇਹਨਾਂ 'ਚ ਹਿੰਦੂ ਨੇ ਇਹਨਾਂ ਵਰਗਾ ਬਣ ਕੇ, ਤੁਸੀਂ ਦੇਖੋ ਵੀ ਜੇ ਤੁਸੀਂ ਸਾਗ ਬੀਜਦੇ ਨਾ ਸਰੋਂ, ਉਹਦੇ ਵਿੱਚ ਇੱਕ ਸੁੰਡੀ ਆ ਜਾਂਦੀ, ਉਹਦਾ ਰੰਗ ਬਿਲਕੁਲ ਹਰਾ ਹੁੰਦਾ, ਉੱਦਾਂ ਦਾ ਬਣ ਜਾਂਦਾ। ਇਹਨਾਂ 'ਚ ਹਿੰਦੂ ਨੇ ਵੜ ਕੇ ਬਿਲਕੁਲ ਉੱਦਾਂ ਦਾ ਵੜ ਕੇ ਪੰਜਾਬ ਵੱਲ ਦੇ ਪਾਸੇ ਜਿੱਥੇ ਗੁਰੂਆਂ ਦਾ ਪ੍ਰਚਾਰ ਹੋਣਾ ਚਾਹੀਦਾ ਉਹਨਾਂ ਦੇ ਵਿੱਚ ਵੜ ਕੇ ਇਹਨਾਂ ਨੇ ਉੱਥੇ ਵੀ ਪਾੜਾ ਪਾਇਆ, ਇੱਕ ਨੂੰ ਉੱਚਾ ਬਣਾ ਕੇ ਦੂਜੇ ਨੂੰ ਨੀਵਾਂ ਰੱਖਿਆ ਵੀ ਇਹਨਾਂ ਨੂੰ ਧਰਮ ਤਾਂ ਦੇਣਾ ਹੀ ਨਹੀਂ ਆਪਾਂ। ਇਹਦੇ 'ਤੇ ਵੀ ਗੱਲ, ਅਗਲਾ ਸਾਡਾ ਸਵਾਲ ਇਹੀ ਆ। ਤੁਹਾਡੀ ਬਹੁਤ ਮਿਹਰਬਾਨੀ ਜੀ ਫੋਨ ਕਰਨ ਲਈ, ਪਰ ਛੇਤੀ ਛੇਤੀ ਜਾ ਜਾਇਆ ਕਰੋ। ਬਹੁਤ ਮਿਹਰਬਾਨੀ ਚਾਲ ਸਾਹਿਬ, ਥੈਂਕ ਯੂ ਜੀ ਸਮਾਂ ਦੇਣ ਲਈ, ਔਰ ਧੰਨਵਾਦ ਤੁਹਾਡੀ ਕਾਲ ਦੇ ਲਈ, ਥੈਂਕ ਯੂ ਜੀ। SGPC ਯਾਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀਆਂ ਚੋਣਾਂ ਹੋ ਰਹੀਆਂ। ਭਗਵਾਨ ਜੀ ਜਰਾ ਛੇਤੀ ਛੇਤੀ ਦੱਸੋ ਵੀ ਇਹਦੇ ਵਿੱਚ ਕੀ ਹੈ। ਹਾਂਜੀ, ਉਹਦੇ ਵਿੱਚ ਉੱਥੇ ਦਿੱਲੀ ਸਰਕਾਰ ਨੇ ਕਿਹਾ ਕਿ ਉਸ ਦੇ ਵਿੱਚ ਸਿਰਫ ਤੇ ਸਿਰਫ ਜਿਹੜਾ ਗੁਰਦੁਆਰਿਆਂ ਨਾਲ ਜਿਹੜੇ ਧਾਰਮਿਕ ਅਦਾਰੇ ਆ ਉਹੀ ਉਹਦੇ ਹਿੱਸਾ ਰੱਖਦੇ ਆ, ਉਹ 'ਚ ਖੜ ਸਕਦੇ ਨੇ। ਔਰ ਉਹ ਜਦੋਂ ਅਸੀਂ ਜਿੰਨਾ ਕੁ ਅਸੀਂ ਦੇਖਦੇ ਹਾਂ ਵੀ ਉਹਦੇ ਵਿੱਚ ਅਸੀਂ ਦੇਖਦੇ ਵੀ ਇਹ ਗੱਲ ਕਿ ਹੱਦ ਤੱਕ ਠੀਕ ਆ। ਜੇ ਕੋਈ ਧਾਰਮਿਕ ਅਦਾਰਿਆਂ ਤੋਂ ਕੀ ਭਾਵ ਆ ਤੁਹਾਡਾ? ਬਈ ਜਿਵੇਂ ਗੁਰਦੁਆਰਾ ਚੋਣ ਨੇ, ਸਿਰਫ ਗੁਰਦੁਆਰੇ ਵਾਲੇ? ਹਾਂ, ਦੂਜਿਆਂ ਦਾ ਤਾਂ ਬਣਦਾ, ਦੂਜਾ ਬਣਦਾ ਨਹੀਂਗਾ। ਅਤੇ ਉਹਨੂੰ ਆਪਣੇ ਕੀ ਹੈ ਕਿ ਜਿਹੜਾ ਆਪਾਂ ਇਹ ਆਮ ਦੇਖਦੇ ਹਾਂ ਕਿ ਸਾਡਾ ਜਿਵੇਂ ਪੰਜਾਬ ਦੇ ਵਿੱਚ ਲਗਾ ਲਓ, ਉਹ ਮੈਂ ਦਿੱਲੀ ਦੀ ਗੱਲ ਜੁੜਦੇ ਹਾਂ ਉਹਦੇ ਨਾਲ ਵੀ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਆਪਣੇ ਸ਼੍ਰੋਮਣੀ ਹੋਲਡ ਕਰਨਾ ਜੀ ਹਾਂਜੀ ਅਕਾਲੀ ਦਲ ਹੈ ਜਾਂ ਉਹ ਨੇ, ਉਹਨਾਂ ਦਾ ਪੂਰੀ ਇੰਟਰਫੀਅਰੈਂਸ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਵਿੱਚ ਪੂਰੀ ਆ ਜੀ, ਜਿਸ ਦਾ ਉਹ ਪੂਰਾ ਲਾਹਾ ਲੈਂਦੇ ਮਿਸਯੂਜ਼ ਹੋਇਆ। ਜਿਹੜਾ ਹੁਣ ਤੱਕ ਸਾਡੇ ਜਿਹੜੇ ਸਿੱਖ ਵੀਰ ਆ ਉਹ ਆਪ ਹੁਣ ਜਾ ਕੇ ਉਹਨੂੰ ਮਹਿਸੂਸ ਹੋਇਆ ਜਿੱਦਾਂ ਵੀ ਇਹ ਗਲਤ ਗੱਲ ਹੈਗੀ ਆ, ਅਤੇ ਉਹ ਹੁਣ ਮਹਿਸੂਸ ਹੋਣ ਤੋਂ ਬਾਅਦ ਉਹੀ ਸੇਮ ਜਿਹੜੀ ਘਟਨਾ ਉੱਥੇ ਵਾਪਰਨ ਜਾ ਰਹੀ ਆ, ਤਾਂ ਉਸ ਨੂੰ ਰੋਕਣ ਲਈ ਮੈਂ ਇਹ ਨਹੀਂ ਸਾਜ਼ਿਸ਼ ਦਾ ਨਹੀਂ ਦਿੰਦਾ ਉਹਨੂੰ, ਪਰ ਕਹੂੰਗਾ ਵੀ ਠੀਕ ਹੈਗੀ ਆ ਜੇ ਉਹ ਜਿਹੜੀ ਧਾਰਮਿਕ ਇੰਟਰਫੀਅਰੈਂਸ ਆ ਜਿਹੜੀ ਘੁਸਪੈਠ ਕਰਦੇ ਨੇ, ਜਿਹੜਾ ਉਹ ਨਹੀਂ ਉਹਨਾਂ ਦੀ ਹੋਣੀ ਚਾਹੀਦੀ, ਜਾਂ ਰਾਜਨੀਤਿਕਾਂ ਦੀ ਉਧਰਲੇ ਪਾਸੇ ਧਾਰਮਿਕ ਅਦਾਰਿਆਂ ਦੇ ਵਿੱਚ ਨਹੀਂ ਘੁਸਪੈਠ ਹੋਣੀ ਚਾਹੀਦੀ, ਇੰਟਰਫੀਅਰੈਂਸ ਨਹੀਂ ਹੋਣੀ ਚਾਹੀਦੀ ਜੀ। ਇੱਕ ਕਾਲ ਲੈ ਲਈਏ, ਉਸ ਤੋਂ ਬਾਅਦ ਇਹਨੂੰ ਇਸ ਸਵਾਲ ਨੂੰ ਕਲੀਅਰ ਕਰਨਾ, ਕਲੀਅਰ ਨਹੀਂ ਹੋ ਸਕਿਆ। ਜੈ ਗੁਰਦੇਵ, ਜੈ ਭੀਮ ਜੀ। ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਚਾਹਲ ਜੀ ਤੇ ਬਾਕੀ ਜੀ, ਪਰ ਚਾਹਲ ਜੀ ਦੇ ਬਾਕੀ ਸਾਥੀਓ ਜੀ, ਸਭ ਤੋਂ ਪਹਿਲਾਂ ਮੈਂ ਭਗਤ ਸਿੰਘ ਜੀ ਨੂੰ, ਸੁਖਦੇਵ ਜੀ ਨੂੰ, ਗੁਰੂ ਰਾਜ ਨੂੰ ਉਹਨਾਂ ਫੁੱਲਦਾ ਸ਼ਰਨ ਫੁੱਲ ਭੇਟ ਕਰਦਾ। ਭਗਤ ਜੀ ਜਦੋਂ ਆਪਣੀ ਮਾਂ ਕਾਲ ਕੱਟ ਗਈ, ਥੈਂਕ ਯੂ ਜੀ, ਕਾਲ ਕੱਟ ਗਈ। ਪਿਆਰੇ ਦਰਸ਼ਕੋ, ਸਵਾਲ ਇਹ ਹੈ ਕਿ SGPC ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਉਹ ਸੰਸਥਾ ਆ, ਹੋਲਡ ਕਰਨਾ ਜੀ, ਇੱਕ ਉਹ ਸੰਸਥਾ ਆ ਕਿ ਜਿਹੜੀ ਸਿੱਖ ਧਰਮ ਦੇ ਲੋਕਾਂ ਨੂੰ
ਵੋਟ ਪਾਉਣ ਦਾ ਰਾਈਟ ਦਿੰਦੀ ਹੈ। ਸ਼ਾਇਦ ਭਗਵਾਨ ਜੀ ਗੱਲ ਕਲੀਅਰ ਨਹੀਂ ਕਰ ਸਕੇ। ਜਿਹੜੀ ਵੋਟ ਪਾਊਗਾ ਉਹਨਾਂ ਦੀ ਜੋ ਸੰਸਥਾ ਆ ਉਹ ਸਿੱਖ ਹੋਏਗਾ, ਤੇ ਸਿੱਖ ਕਿਹੜਾ ਹੋਏਗਾ? ਆਓ ਪੂਰਨ ਸਿੱਖ ਕਿਹੜਾ ਹੋਏਗਾ? ਆਓ ਹਿੰਦੂਆਂ ਵਾਂਗੂ ਇੱਕ ਦੂਜੇ ਨੂੰ ਵੀ ਬਾਹਰ ਕਰਨ ਦਾ ਇੱਕ ਇਹਨਾਂ ਨੇ ਸਾਜ਼ਿਸ਼ ਬਣਾਈ ਹੋਈ ਆ, ਉਹ ਵੀ ਅੱਜ ਕਲੀਅਰ ਕਰ ਦਈਏ। ਭਗਵਾਨ ਜੀ ਤੁਸੀਂ ਵੋਟ ਪਾ ਸਕਦੇ ਆ? ਨਹੀਂ ਜੀ, ਮੈਂ ਕੀ ਤੁਸੀਂ ਸਿੱਖ ਨਹੀਂ? ਮੈਂ ਸਿੱਖ ਘਰਾਣੇ ਜੰਮਿਆ ਆ, ਤੇ ਪਰ ਇਸ ਟਾਈਮ ਜਿਹੜੀ ਵੀ ਪ੍ਰੈਕਟਿਸ ਦੇਖੋ ਇਹ ਆ ਜਾਂਦੇ ਸਹਿਜਧਾਰੀ ਸਿੱਖ ਚ। ਹਾਂ ਜੀ, ਸਹਿਜਧਾਰੀ ਤੇ ਸਾਨੂੰ ਮੇਰੇ ਖਿਆਲ ਜੇ ਮੈਂ ਪਾਣਾ ਚਾਹਾਂ ਪਿਆਰੇ ਦਰਸ਼ਕੋ, ਗੱਲ ਮੈਂ ਫਿਰ ਉੱਥੇ ਲੈ ਆਵਾਂ। ਗੱਲ ਨੂੰ ਸਮਝਣਾ ਜ਼ਰੂਰੀ, ਗੱਲ ਬੜੀ ਨਾਜ਼ੁਕ ਥਾਂ ਤੇ ਖੜੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਹਾਂ ਨੇ ਅੰਮ੍ਰਿਤਸਰ ਵਾਲੀ, ਪੰਜਾਬ ਵਾਲੀ ਤੇ ਦਿੱਲੀ ਵਾਲੀ ਕਲੌਜ਼ ਇੱਕ ਸਾਂਝੀ ਆ ਵੀ ਸਹਿਜਧਾਰੀ ਸਿੱਖ ਉਹ ਹੋਏਗਾ ਬਾਈ ਲਾਅ, ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਜਿੱਤੇ ਆ ਉੱਥੋਂ, ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਸਿੱਖ ਨਹੀਂ ਹੈਗਾ। ਜਿਹੜਾ ਸਿੱਖ ਪੱਗ ਬੰਨ੍ਹਦਾ ਔਰ ਲੰਬੀ ਦਾੜੀ ਰੱਖਦਾ ਉਹ ਸਿੱਖ ਆ, ਉਹ ਹੀ ਵੋਟ ਪਾ ਸਕਦਾ। ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਅਸੀਂ ਸਿੱਖ ਨਹੀਂ ਗੇ। ਇਹ ਭਗਵਾਨ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਇਹ ਸਿੱਖ ਨਹੀਂ। ਜਿੰਨੀ ਦੇਰ ਲੰਬੀ ਦਾੜੀ ਨਹੀਂ ਰੱਖਦੇ ਉਨੀ ਦੇਰ ਉਹ ਵੋਟ ਨਹੀਂ ਪਾ ਸਕਦੇ। ਇਹ ਵਿਤਕਰਾ ਪਤਾ ਨਹੀਂ ਕਿਉਂ ਬਣਾ। ਸਾਡੇ ਗੁਰੂ ਨੇ ਜਿਹੜੇ ਗੁਰੂ ਨਾਨਕ ਹੋਇਆ, ਉਹਨਾਂ ਤਾਂ ਮੇਰਾ ਨਹੀਂ ਖਿਆਲ ਇਹ ਗੱਲ ਕਹਿਣ ਦੀ ਸਾਨੂੰ ਸ਼ੁਰੂ ਕੀਤੀ ਹੋਗੀ ਵੀ ਤੁਸੀਂ ਆਹ ਚੀਜ਼ ਕਰਿਓ। ਠੀਕ ਹੈ, ਲੰਮੇ ਸਮੇਂ 'ਤੇ ਜਾ ਕੇ ਬਦਲ ਸਕਦੀ ਆ, ਪਰ ਮੈਂ ਕਹਿੰਦਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਉਹ ਗੁਰੂ ਦਾ ਸਿੱਖ ਹੈ। ਜਿਹੜਾ ਗੁਰੂ ਨਾਨਕ ਨੂੰ ਮੰਨਦਾ, ਜਿਹੜਾ ਗੁਰੂ ਨਾਨਕ ਦੀ ਫਿਲਾਸਫੀ ਨੂੰ ਮੰਨਦਾ, ਉਹ ਗੁਰੂ ਦਾ ਸਿੱਖ ਹੈ। ਸ਼ਾਇਦ ਇੱਕ ਕਾਲ ਆ। ਜੈ ਗੁਰਦੇਵ, ਜੈ ਭੀਮ ਜੀ। ਜੀ ਗੱਲ ਕਰਦਾ ਹਾਂਜੀ, ਭਗਵਾਨ ਜੀ ਗੱਲ ਕਰਦੇ ਸੀ। ਨਹੀਂ, ਉਹ ਕਾਲ ਆ ਗਈ। ਮੈਂ ਹਾਂਜੀ, ਕਾਲ ਕਰੋ ਜੀ। ਹਾਂਜੀ, ਗੱਲ ਕਰੋ ਜੀ। ਚਾਹਲ ਜੀ। ਜੀ, ਜੈ ਗੁਰਦੇਵ। ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਮੈਂ ਸਭ ਤੋਂ ਪਹਿਲਾਂ ਭਗਤ ਸਿੰਘ ਨੂੰ, ਸੁਖਦੇਵ ਜੀ ਨੂੰ, ਗੁਰੂ ਰਾਜ ਨੂੰ ਉਹਨਾਂ ਦੀ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਭਗਤ ਸਿੰਘ ਜੀ ਹੋਈ ਜਦੋਂ ਜੇਲ੍ਹ ਦੇ ਵਿੱਚ ਸੀ ਤਾਂ ਉਹ ਅੱਜ ਦਾ ਮੈਨੂੰ ਅੱਜ ਇੰਡੀਆ ਤੇ ਇੱਕ ਇਨਫੋਰਮੇਸ਼ਨ ਨਿਊ ਆਈ ਆ। ਉਹ ਜਦੋਂ ਉਹ ਕਹਿੰਦੇ ਸੀ ਜੇ ਮੈਨੂੰ ਜੇਲ੍ਹ ਨਾ ਹੋਈ ਤਾਂ ਮੈਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਾਰੀ ਜ਼ਿੰਦਗੀ ਬਾਬਾ ਸਾਹਿਬ ਦੇ ਨਾਲ ਹੋ ਕੇ ਕੰਮ ਕਰਾਂਗਾ। ਅੰਤ ਵਿੱਚ ਉਹ ਜੇਲ੍ਹ ਹੋ ਗਏ। ਜਦੋਂ ਘਰ ਆਪਣੀ ਮਾਤਾ ਜੀ ਨੂੰ ਮਿਲਣਾ ਦੇ ਸਨ, ਜਿਹੜੀ ਉਹਨਾਂ ਦੇ ਘਰ ਵਿੱਚ ਤੁਸੀਂ ਕੌਣ ਬੋਲਦੇ ਜੀ? ਮੈਂ ਦਲੀਪ ਨਾਹਰਾ ਜੀ ਮੇਰਾ ਨਾਮ। ਦੇਵ ਜੀ, ਜੇਕਰ ਅਸੀਂ ਦੁਬਾਰਾ ਪ੍ਰੋਗਰਾਮ ਲੈ ਕੇ ਆਵਾਂਗੇ ਭਗਤ ਸਿੰਘ ਦਾ, ਆਪਾਂ ਉਦੋਂ ਗੱਲ ਕਰਾਂਗੇ। ਭਗਤ ਸਿੰਘ ਦੀ ਗੱਲ ਨਿਕਲ ਗਈ। ਮੈਂ ਮੀਡੀਆ ਤੇ ਵੀ ਗੱਲ ਕਰਨੀ ਸੀ। ਹਾਂ, ਇਹ ਭਗਤ ਸਿੰਘ ਜੀ ਵਾਲੀ ਗੱਲ ਚਲੇ ਗਈ ਆ, ਕਿਉਂਕਿ ਇੱਥੇ ਹੋਰ ਬਹੁਤ ਸਾਰੇ ਸਬਜੈਕਟ ਖੜ ਜਾਣੇ ਆ। ਮੀਡੀਆ ਤੇ ਵੀ ਗੱਲ ਕਰੇ ਜੋ ਸਾਡੇ ਨਾਲ ਅੱਜ ਕੱਲ੍ਹ ਹੋ ਰਿਹਾ ਆ ਜੀ। ਇਹ ਸ਼ੁਰੂਆਤ ਤੋਂ ਬਹੁਤ ਹੁੰਦਾ ਤੇ ਅੱਜ ਵੀ ਹੋ ਰਿਹਾ ਆ। ਇਹਨੂੰ ਆਪਾਂ ਨੂੰ ਸਾਰੇ ਇਕੱਤਰ ਹੋ ਕੇ ਇਹਦੇ ਤੇ ਸਾਨੂੰ ਜ਼ਿਆਦਾ ਜ਼ੋਰ ਲਾਉਣਾ ਚਾਹੀਦਾ। 302 ਵਿੱਚ ਡਬਲ ਮਾਰਡਰ ਵਾ, 2 ਵਾਰੀ 302 ਦੀ ਜਿਹਨ ਮਾਰਿਆ ਉੱਤੇ ਇਹਦੀ ਧਾਰਾ ਲੱਗਣੀ ਚਾਹੀਦੀ ਆ। ਮਾਰਡਰ ਕੇਸ ਆ ਇਹ। ਸਾਨੂੰ ਸਾਰੇ ਸਮਾਜ ਨੂੰ, ਵਾਲਮੀਕੀ ਸਮਾਜ ਨੂੰ, ਵਿਦਿਆਰਥੀ ਸਮੂਹ, ਜਿੰਨੇ ਵੀ ਦਲਿਤ ਸਮਾਜ ਆ, ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਇੱਦਾਂ ਜ਼ਿਆਦਾ ਸਮਰਥਨ ਕਰਨਾ ਚਾਹੀਦਾ ਹੈ। ਬਾਕੀ ਅੱਜ ਦੀ ਖਬਰ ਦੇ ਵਿੱਚ ਇਹ ਪਤਾ ਲੱਗਿਆ ਆ ਕਿ ਜਿੱਦਾਂ 10 ਫਰਵਰੀ 1982 ਦੇ ਵਿੱਚ ਹਰੀਜਨ ਨਾਮ ਨੂੰ ਜਿੱਦਾਂ ਇਹਨਾਂ ਖਤਮ ਕੀਤਾ ਸੀਗਾ, ਇਸੇ ਤਰ੍ਹਾਂ ਹੀ ਜਿਹੜੀ ਬੀਜੇਪੀ ਗੌਰਮੈਂਟ ਵਾ ਐਸ ਅਪ੍ਰੈਲ ਦੇ ਮਹੀਨੇ ਦੇ ਵਿੱਚ ਦਲਿਤ ਵਰਗ ਨੂੰ ਵੀ ਖਤਮ ਕਰਨ ਜਾ ਰਹੀ ਆ। ਉੱਥੇ ਜਿਹੜਾ ਆਪਣਾ ਧਰਮ ਜਾਂ ਰਿਲੀਜੀਅਸ ਜਾਂ ਆਪਣੀ ਜਾਤੀ ਜਾਂ ਧਰਮ ਲਿਖੋਗੇ ਆਪਣੇ ਖਾਨੇ ਦੇ ਵਿੱਚ। ਬਹੁਤ ਸਾਰੇ ਸਾਥੀਆਂ ਨੂੰ ਹਾਲੇ ਇਨਫੋਰਮੇਸ਼ਨ ਨਾ ਮਿਲੀ ਹੋਵੇ ਕਿ ਮਿਨੀਮਮ ਇਨਫੋਰਮੇਸ਼ਨ ਮਿਲ ਚੁੱਕੀ ਆ ਕਿ ਇਹ ਗੌਰਮੈਂਟ ਜਿਹੜੀ ਇਹ ਚੀਜ਼ ਕਰ ਰਹੀ ਹੈ। ਮਿਹਰਬਾਨੀ। ਜਿਹੜਾ ਮਨੂ ਬਾਦ ਨੇ ਫੇਰ ਜਿਹੜੀਆਂ ਉਹ ਵੀ DSC ਤੇ ਵੀ ਕਈ ਚੀਜ਼ਾਂ ਨੇ ਧਾਰਾ ਲਾਈਆਂ ਨੇ, ਜਿਹੜਾ ਆਪਾਂ ਨੂੰ ਬੜੇ ਬਹੁਤ ਇਹਦੇ ਤੇ ਸਾਨੂੰ ਟੱਕਰਾ ਕਰਨਾ ਪੈਣਾ, ਬੜੀ ਸੋਚ ਨਾਲ ਸਾਨੂੰ ਸਭ ਨੂੰ ਕੰਮ ਲੈਣਾ ਪੈਣਾ ਹੈ। ਕਰਾਂਗੇ ਜੀ, ਠੀਕ ਹੈ ਜੀ, ਲਵਾਂਗੇ ਬਿਲਕੁਲ। ਟੀਚਰ ਹਨ, ਇਹ ਕੋਈ ਸ਼ਾਇਦ ਇਹ ਚੀਜ਼ ਦਾ ਮੁਕੀਲ ਆਇਆ ਹੋਵੇ ਜਾਂ ਨਾ ਆਇਆ ਹੋਵੇ। ਬਹੁਤ ਮਿਹਰਬਾਨੀ ਜੀ। ਪਤਾ ਆਪਦਾ ਔਰ ਬੱਚਿਆਂ ਦੇ ਸਾਨੂੰ ਬਹੁਤ ਜੋੜਾਂ। ਥੈਂਕ ਯੂ ਜੀ। ਜਿੱਦਾਂ ਮੇਰੀਆਂ ਧੀਆਂ ਹਨ ਉਦਾਂ ਦੀ ਮੇਰੇ ਉਹ ਧੀਆਂ ਹਨ। ਠੀਕ ਹੈ ਜੀ, ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸਾਡਾ ਟਾਈਮ ਚੱਲਿਆ ਜੀ, ਬਹੁਤ ਮਿਹਰਬਾਨੀ। ਪਿਆਰੇ ਦਰਸ਼ਕੋ, ਮੈਂ ਬਹੁਤ ਵਾਰੀ ਬੇਨਤੀ ਕਰਦਾ ਹੁੰਦਾ ਕਿ ਸਾਡੇ ਲਈ ਕਾਲਾਂ ਜ਼ਰੂਰੀ ਹੁੰਦੀਆਂ, ਪਰ ਉਹ ਸਾਨੂੰ ਚਾਹੀਦੀ ਜਿਹੜੀ ਸੰਬੰਧਿਤ ਗੱਲ ਹੋਵੇ। ਸਾਨੂੰ ਟਾਈਮ ਬਹੁਤ ਥੋੜ੍ਹਾ, ਕੰਸ਼ਰੀ ਵੀ ਸਾਨੂੰ ਟਾਈਮ ਬਹੁਤ ਥੋੜ੍ਹਾ ਦਿੰਦੇ, ਉਹਦੇ ਵਿੱਚ ਕਿੰਨਾ ਕੁਛ ਹੀ ਕਰਨਾ ਹੁੰਦਾ। ਸੋ ਅੱਜ ਮੇਰਾ ਫੇਰ ਰਹਿ ਗਿਆ ਸ਼ਬਦਾਂ ਦਾ ਹੇਰ ਫੇਰ। ਤੁਹਾਨੂੰ ਪੰਜਾਬ ਸ਼ਬਦ ਦਿੱਤਾ, ਪੰਜਾਬ ਕਿੱਥੋਂ ਆਇਆ, ਕਿਹਨ ਬਣਾਇਆ, ਕਿੱਦਾਂ ਆਈ, ਕਦੀ ਇਹਦੇ 'ਤੇ ਜੇ ਤੁਹਾਨੂੰ ਹੋਵੇ ਪਤਾ ਤਾਂ ਜ਼ਰੂਰ ਗੱਲ ਕਰਿਓ। ਮੈਂ ਫਿਰ ਤੁਹਾਡੇ ਮਨ ਦੀ ਸ਼ੰਕਾ ਨਾ ਰਹਿ ਜਾਵਾਂ, ਮੈਂ ਇਹ ਦੱਸਣਾ ਚਾਹੁੰਦਾ, ਹਰ ਧਰਮ ਦੀਆਂ ਆਪੋ ਆਪਣੀਆਂ ਸੰਸਥਾਵਾਂ ਹੁੰਦੀਆਂ ਨੇ, ਹਰ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ। ਅੱਜ ਜਿਹੜਾ ਮੈਂ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੂਲ ਐਂਡ ਰੈਗੂਲੇਸ਼ਨ ਦੱਸਿਆ, ਮੈਂ ਇੰਟਰਫੇਅਰ ਨਹੀਂ ਕਰਦਾ, ਉਹਨਾਂ ਦੀ ਮਰਜ਼ੀ, ਜਿੱਦਾਂ ਤੁਸੀਂ ਕਰਨਾ ਕਰੋ।
ਅਸੀਂ ਕਾਂਚੀ ਟੀਵੀ ਵਾਲਿਆਂ ਨੂੰ ਵੀ ਇਹ ਕਹੀਦਾ ਭਾਈ ਜਿੱਦਾਂ ਤੁਸੀਂ ਕਰਦੇ ਕਰੋ, ਅਸੀਂ ਤੁਹਾਨੂੰ ਇੰਟਰਫੇਅਰ ਨਹੀਂ ਕਰਦੇ, ਲੇਕਿਨ ਜਿਹੜਾ ਸਾਡਾ ਪ੍ਰੋਗਰਾਮ ਉਹ ਸਾਨੂੰ ਆਪਣੇ ਹਿਸਾਬ ਨਾਲ ਕਰਨ ਦਿਆ ਕਰੋ। ਇਹੀ ਮੈਂ ਤੁਹਾਨੂੰ ਕਹਿੰਦਾ ਕਿ ਸ਼੍ਰੋਮਣੀ ਕਮੇਟੀ ਦਾ ਜੋ ਇਤਿਹਾਸ ਆ, ਜੋ ਉਹਨਾਂ ਦੀ ਮਰਜ਼ੀ ਆ, ਜੋ ਉਹਨਾਂ ਨੇ ਪਾਸ ਕੀਤਾ ਇਹ ਉਹਨਾਂ ਦੀ ਆ, ਪਰ ਅਸੀਂ ਤੁਹਾਨੂੰ ਦੱਸ ਦਿੱਤਾ ਵੀ ਉਹਦੇ ਵਿੱਚ ਸਹਿਜਧਾਰੀ ਇਹ ਆ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਸਿੱਖ ਨਹੀਂਗਾ, ਭਾਵੇਂ ਮੰਨੀ ਜਾਵੇ 20 ਵਾਰੀ ਮੰਨੀ ਜਾਵੇ, ਸਿੱਖ ਉਹ ਆ ਜਿਹੜਾ ਪੱਗ ਬੰਨ੍ਹਦਾ ਔਰ ਸਹਿਜਧਾਰੀ ਸਿੱਖ, ਔਰ ਜਿਹੜਾ ਲੰਬੀ ਦਾੜੀ ਰੱਖਦਾ, ਕੱਟਦਾ ਨਹੀਂ ਕਦੀ ਵੀ, ਉਹ ਆ। ਅਤੇ ਬਾਕੀ ਪੂਰਨ ਸਿੱਖ ਜਿਹੜਾ ਆ ਜਾਂ ਪੂਰਨ ਖਾਲਸਾ ਜਿਹੜਾ ਅੰਮ੍ਰਿਤ ਛਕਦਾ, ਇਹ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਆ, ਭੰਡਣ ਵਾਲੀ ਗੱਲ ਨਹੀਂ ਸੀ। ਸੋ ਵਿੱਚ ਫੋਨ ਆਉਣ ਦੇ ਨਾਲ ਸਾਡੀ ਕੁਛ ਗੱਲ ਘੱਟ ਹੋ ਗਈ ਆ। ਇਸ ਅੱਗੇ ਸਾਡੇ ਕੋਲ ਜਿਹੜਾ ਹੁਣ ਟਾਈਮ ਜਿਹੜਾ ਆ ਨਾ ਤਾਂ ਗੱਲ ਕਰਨ ਵਾਲਾ। ਭਗਵਾਨ ਜੀ ਕੀ ਕਹੋਗੇ ਅੱਧੇ ਕੁ ਮਿੰਟ 'ਚ? ਮੈਂ ਇੱਕੋ ਗੱਲ ਕਹਾਂਗਾ ਕਿ ਪਹਿਲਾਂ ਤਾਂ ਗਰੀਬ ਹੋਣਾ, ਅਤੇ ਉਸ ਦੇ ਉੱਤੋਂ 'ਚ ਹੀ ਕਿਸੇ ਸੋ ਕਾਲਡ ਛੋਟੀ ਜਾਤ ਜਾਂ ਨੀਵੀਂ ਜਾਤ 'ਚ ਜੰਮਣਾ, ਇਹੀ ਸਭ ਤੋਂ ਵੱਡਾ ਗੁਨਾਹ ਆ। ਉਸੇ ਗੁਨਾਹ ਦੀ ਜਿਹੜੀ ਸਜ਼ਾ ਸਾਡੀਆਂ 2 ਬੱਚੀਆਂ ਨੂੰ ਇੱਕ ਰਾਜਸੀ ਤਾਕਤ ਦੇ ਨਸ਼ੇ 'ਚ ਚੂਰ ਉਸ ਬਦਮਾਸ਼ ਨੇ ਦਿੱਤੀ ਆ, ਉਹਨਾਂ ਨੂੰ ਗੋਲੀ ਮਾਰੀ ਆ। ਅਤੇ ਅਸੀਂ ਇਹ ਮੰਗ ਕਰਦੇ ਹਾਂ, ਮੈਂ ਜਿਸ ਔਰਗਨ ਭਾਰਤੀ ਮਜ਼ਦੂਰ ਬਿਲਕੁਲ ਜੀ, ਬਹੁਤ ਮਿਹਰਬਾਨੀ। ਵੀ ਉਹਨੂੰ ਸਾਰੀ ਉਮਰ ਦੀ ਸਜ਼ਾ ਹੋਣੀ ਚਾਹੀਦੀ ਹੈ। 2 ਕਤਲ ਕੀਤੇ ਨੇ, ਇੱਕ ਨਹੀਂ 2 ਕਤਲ ਕੀਤੇ ਆ। ਬਿਲਕੁਲ, ਬਹੁਤ ਮਿਹਰਬਾਨੀ ਜੀ। ਇਹਦੇ 'ਤੇ ਮੈਨੂੰ ਲੱਗਦਾ ਹੁਣ ਕਿਉਂਕਿ ਸਾਡੇ ਕੋਲ ਪਹਿਲਾਂ ਖਬਰਾਂ ਜਿਹੜੀਆਂ ਸੀਗੀਆਂ ਉਹ ਇਸ ਤਰੀਕੇ ਦੀਆਂ ਨਹੀਂ ਸੀ ਆ ਰਹੀਆਂ ਇਸ ਪ੍ਰੋਗਰਾਮ ਨੂੰ ਲੈ ਕੇ। ਹਾਲਾਂਕਿ ਭੋਲੀ ਭੈਣ ਜੀ ਨੇ ਵੀ ਇੱਛਾ ਜ਼ਾਹਰ ਕੀਤੀ ਵੀ ਤੇ ਪ੍ਰੋਗਰਾਮ ਉਸੇ ਦਿਨ ਦਿੱਤਾ ਜਾਏ। ਮੈਨੂੰ ਖੁਦ ਸਮਝ ਨਹੀਂ ਸੀ ਵੀ ਇੱਕ ਕ੍ਰਾਈਮ ਆ, ਇਹ ਕ੍ਰਾਈਮ ਦੇ ਵਿੱਚ ਇਹਨੂੰ ਹਰ ਕ੍ਰਾਈਮ ਨੂੰ ਅਸੀਂ ਮਤਲਬ ਹਰ ਵੇਲੇ ਡਿਸਕਸ ਨਹੀਂ ਕਰ ਸਕਦੇ, ਖਬਰ ਦਾ ਕੀ ਦੱਸਾਂਗੇ। ਪਰ ਜਿਹੜੀਆਂ ਹੁਣ ਪਿੰਡ ਵਾਲਿਆਂ ਨੇ ਮੈਂ ਕਹੂੰਗਾ ਕਿ ਬਕਵਾਸ ਕੀਤਾ ਆ, ਔਰ ਮੁੰਡੇ ਦੇ ਬਾਰੇ ਇਹ ਪੱਖ ਵਿੱਚ ਭੁਗਤ ਕੇ, ਕਾਤਲ ਦੇ ਲਈ ਪੱਖ ਵਿੱਚ ਭੁਗਤ ਕੇ ਔਰ ਮਾਰੇ ਗਏ ਨੂੰ, ਹਾਲਾਂਕਿ ਅਸੀਂ ਮਰੇ ਦਾ ਹਮੇਸ਼ਾ ਹੀ ਅਫਸੋਸ ਜ਼ਾਹਰ ਕਰਦੇ ਹਨ। ਉਹਨਾਂ ਨੂੰ ਬਦਨਾਮ ਕਰਨਾ, ਮੈਂ ਤਾਂ ਕਹੂੰਗਾ ਕਿ ਲੱਖ ਦੀ ਲਾਹਨਤ ਤੋਂ ਵੱਡੀ ਤੁਹਾਡੇ ਪਿੰਡ ਵਾਲੇ ਕੋਈ ਸ਼ਰਮ ਦੀ ਗੱਲ ਹੈ ਨਹੀਂ। ਤੁਸੀਂ ਉਹ ਵਿਚਾਰੀਆਂ ਮਰੀਆਂ ਉਹਨਾਂ ਦੇ ਹੀ ਚੰਗਾ ਬੋਲੋ। ਸਾਨੂੰ ਸਾਡਾ ਸੱਭਿਆਚਾਰ ਇਸ ਕਾਰ ਦਾ ਮਾੜਾ ਬੋਲਣਾ? ਅਸੀਂ ਤਾਂ ਚੰਗਾ ਦੱਸਦੇ ਹੁੰਦੇ ਹਾਂ ਵੀ ਮਰ ਗਈਆਂ ਵਿਚਾਰਿਆਂ ਦੀ ਡੈਥ ਹੋਈ ਆ, ਚੰਗੇ ਸੀ ਜੇ। ਇਹ ਕਦੀ ਕਿਸੇ ਨੇ ਕਿਹਾ ਅਜੇ ਤੱਕ ਮਰੇ? ਤੇ ਇਹ ਪਹਿਲੀ ਵਾਰੀ ਇਸ ਪਿੰਡ ਵਾਲਿਆਂ ਨੇ ਕੁੜੀਆਂ ਦਾ ਇਸ ਤਰੀਕੇ ਨਾਲ ਕੀਤਾ ਹੈ। ਸੋ ਅੱਜ ਦਾ ਇਹ ਪ੍ਰੋਗਰਾਮ ਕਿਵੇਂ ਲੱਗਾ ਫੇਸਬੁੱਕ ਤੇ, TV ਤੇ, ਬਾਕੀ ਹੋਰ ਜੋ ਵੀ ਸਾਡਾ ਆਪਣੇ ਵਿਚਾਰ ਜ਼ਰੂਰ ਦਿੰਦੇ ਰਹੋ। ਅੱਜ ਦਾ ਪ੍ਰੋਗਰਾਮ ਸਮਾਪਤ ਹੁੰਦਾ। ਜੈ ਗੁਰਦੇਵ, ਜੈ ਭੀਮ।